ਸਾਧ ਸੰਗਤ ਜੀਓ, ਉਹ ਇਹੀ ਪਵਿੱਤਰ ਕਮਰਾ ਹੈਗਾ ਜਿਸ ਕਮਰੇ ਦੇ ਵਿੱਚ ਗੁਰੂ ਸਾਹਿਬ ਤੇ ਗੁਰੂ ਦੇ ਸਿੰਘ ਤੇ ਗੁਰੂ ਦੇ ਸਾਹਿਬਜ਼ਾਦੇ ਸੀਗੇ। ਇਹੀ ਕਮਰਾ ਹੈਗਾ ਏ। ਉਹ ਪਾਕ ਪਵਿੱਤਰ ਥਾਂ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਦੋਏ ਬੜੇ ਸਾਹਿਬਜ਼ਾਦੇ ਤੇ ਬਾਬਾ ਜੋਰਾਵਰ ਸਿੰਘ, ਬਾਬਾ ਬਚਿੱਤਰ ਸਿੰਘ, ਗੁਰੂ ਗੋਬਿੰਦ ਸਿੰਘ ਇਕੱਠੇ ਹੋਏ ਇਸ ਥਾਂ ਤੇ ਇੱਥੇ ਆਏ ਸੀ। ਇੱਕ ਵਾਰੀ ਇਕੱਠੇ ਬੈਠੇ ਸਨ ਤੇ ਮੇਨ ਥਾਂ ਜਿੱਥੇ ਸਭਾ ਭਰਨੀ ਚਾਹੀਦੀ ਹੈ ਉਹ ਥਾਂ ਇਹ ਹੈਗੀ ਆ ਸਾਧ ਸੰਗਤ ਜੀ। ਇਹ ਜੋ ਕਿਲਾ ਤੁਸੀਂ ਆਪ ਦੇਖ ਰਹੇ ਹੋ, ਇਹ ਬਹੁਤ ਹੀ ਪਵਿੱਤਰ ਸਥਾਨ ਹੈ। ਇੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 4 ਵਾਰੀ ਇਸ ਕਿਲੇ ਵਿੱਚ ਆ ਚੁੱਕੇ ਹਨ। ਇਹ ਪੁਰਾਤਨ ਫੋਟੋ ਆਪ ਜੀ ਦੇਖ ਰਹੇ ਹੈਗੇ ਆ। ਇਸੇ ਕਮਰੇ ਦੇ ਵਿੱਚ ਗੁਰੂ ਸਾਹਿਬ ਮੁਮਤਾਜ਼ ਨੂੰ ਸ਼ਸਤਰ ਭੇਟ ਕਰ ਰਹੇ ਆ। ਕਿਹਾ ਸੀ ਮੁਮਤਾਜ਼, ਜਦੋਂ ਵੀ ਤੂੰ ਇਹਨਾਂ ਸ਼ਾਸਤਰਾਂ ਨੂੰ ਦੇਖੂਗੀ ਇਹਦੇ ਵਿੱਚ ਨੂੰ ਤੈਨੂੰ ਮੈਂ ਦਰਸ਼ਨ ਦਿਆ ਕਰਾਂਗਾ। ਜਦੋਂ ਪਰਿਵਾਰ ਵਿਛੜਿਆ ਹੈ, ਉਦੋਂ ਵੀ ਬਾਬਾ ਜੀ ਸਿੰਘ ਜੀ, ਜੁਝਾਰ ਸਿੰਘ ਜੀ ਇੱਥੇ ਬਾਬਾ ਬਚਿੱਤਰ ਸਿੰਘ ਨੂੰ ਵੀ ਇਸ ਕਿਲੇ ਵਿੱਚ ਲੈ ਕੇ ਆਏ। ਇਹ ਦੇਖੋ, ਇੱਥੇ ਬੀਬੀ ਮੁਮਤਾਜ਼ ਸੀ ਤੇ ਭਾਈ ਬਚਿੱਤਰ ਸਿੰਘ ਦੀਆਂ ਨੇ ਇਸੇ ਕਮਰੇ ਵਿੱਚ ਉਹ ਜ਼ਖਮੀ ਹਾਲਤ ਵਿੱਚ ਸਨ। ਆਪਾਂ ਇਸ ਦੀ ਸੇਵਾ ਸੰਭਾਲ ਕਰਨੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ। ਮੈਂ ਤੁਹਾਡਾ ਦੋਸਤ ਹਰਵਿੰਦਰ, ਰੋਪੜ ਤੋਂ। ਰੋਪੜ ਦੀਆਂ ਤਸਵੀਰਾਂ ਨੇ। ਮੈਂ ਇਸ ਵਕਤ ਜਿੱਥੇ ਬੈਠਾ ਹਾਂ, ਇਹ ਉਹ ਪਾਕ ਤੇ ਪਵਿੱਤਰ ਕਮਰਾ ਹੈ। ਉਹ ਜਗ੍ਹਾ ਹੈ, ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਸ਼ੋਭਿਤ ਹਨ, ਜਿੱਥੇ ਬੀਬੀ ਮੁਮਤਾਜ਼ ਤੇ ਭਾਈ ਬਚਿੱਤਰ ਸਿੰਘ ਇਸ ਕਮਰੇ ਦੇ ਵਿੱਚ ਸਨ। ਜਦੋਂ ਵਾਰਤਾਲਾਪ ਹੋਇਆ ਸੀ, ਜਦੋਂ ਹਵੇਲੀ ਘੇਰੀ ਸੀ ਉਹਨਾਂ ਨੇ, ਤੇ ਇਹ ਜੋ ਹਵੇਲੀ ਹੈ ਨਿਹੰਗ ਖਾਂ ਦੀ ਹਵੇਲੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਉੱਥੋਂ ਆਏ ਸਨ। ਗੱਲਬਾਤ ਕਰਦੇ ਹਾਂ ਇਸ ਜੋ ਸਥਾਨ ਦੀ ਸੇਵਾ। ਬੜੀ ਕੋਸ਼ਿਸ਼ਾਂ, ਅਸੀਂ ਵੀ ਆਪਣੇ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ। ਧਨਾਡਾ ਦੇ ਕਬਜ਼ੇ ਵਿੱਚ ਸੀ ਇਹ ਪਵਿੱਤਰ ਸਥਾਨ। ਗੁਰਦੁਆਰਾ ਭੱਠਾ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਹੈ। ਬੜੀ ਮੁਸ਼ਕਲ ਦੇ ਨਾਲ ਇਹ ਦਰਸ਼ਨ ਦਿਦਾਰੇ ਮਿਲੇ ਨੇ ਸਾਨੂੰ। ਕਾਫੀ ਸਾਲ ਹੋ ਗਏ ਨੇ ਗੁਰੂ ਸਾਹਿਬ ਨੂੰ ਗਿਆ ਹੋਇਆ, ਬਚਿੱਤਰ ਸਿੰਘ ਨੂੰ ਗਿਆ ਹੋਇਆ, ਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿਸਾਨ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਤਾਂ ਜਾ ਕੇ ਕਬਜ਼ਾ ਲਿਆ। ਬਹੁਤ ਕਿਸ ਤਰ੍ਹਾਂ ਕਬਜ਼ਾ ਲਿਆ ਸਿੱਖ ਸੰਗਤਾਂ ਜਾਣੂ ਨੇ, ਕਿਉਂਕਿ ਅਸੀਂ ਵਾਰ-ਵਾਰ ਆਪਣੇ ਚੈਨਲ ਦੇ ਰਾਹੀਂ ਲਾਈਵ ਕੀਤਾ ਸੀ। ਹੁਣ ਸ਼ਹੀਦੀ ਦਿਹਾੜੇ ਨੇ ਜੋ ਚੱਲ ਚੁੱਕੇ ਨੇ, ਸ਼ੁਰੂ ਹੋ ਚੁੱਕੇ ਨੇ। ਪਰਿਵਾਰ ਵਿਛੋੜੇ ਤੋਂ 15 ਤਰੀਕ ਤੋਂ ਸਿੱਖ ਅਖਵਾਉਣ ਵਾਲੇ ਜਿਹੜੇ ਸਾਡੇ ਵੀਰ ਨੇ ਜਾਂ ਸਿੱਖੀ ਧਰਮ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ। ਮੇਰੇ ਨਾਲ ਬੁੱਢਾ ਦਲ ਦੇ ਮੁਖੀ ਨੇ, ਇਹ ਇੱਥੋਂ ਦੀ ਸੇਵਾ ਕਰ ਰਹੇ ਨੇ, ਸਰਦਾਰ ਭੁਪਿੰਦਰ ਸਿੰਘ ਜੀ। ਮੈਂ ਇਹਨਾਂ ਬਾਰੇ ਦੱਸ ਦਿਆਂ ਕਿ ਇਸ ਹਵੇਲੀ ਤੇ ਕਬਜ਼ਾ ਲੈਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਇਸ ਵੀਰ ਦਾ ਹੈ। ਪੁਲਿਸ ਦੇ ਡੰਡੇ ਵੀ ਖਾਧੇ ਵੀਰ ਨੇ। ਵੀਰ ਦੀ ਭੈਣ ਦਾ ਵਿਆਹ ਸੀ, ਉਹਦੇ ਤੇ ਵੀ ਪਰਚਾ ਕਰਾਇਆ ਉਹਨਾਂ ਵੀਰਾਂ ਨੇ, ਧਨਾੜ ਵਿਅਕਤੀਆਂ ਨੇ ਜਿਹੜੇ ਕਬਜ਼ਾ ਨਹੀਂ ਸੀ ਦਿੰਦੇ। ਇਹ ਮੇਰੇ ਨਾਲ ਭੁਪਿੰਦਰ ਸਿੰਘ ਜੀ ਨੇ। ਇਹਨਾਂ ਦੀ ਸੇਵਾ ਨੂੰ ਸਲਾਮ ਕਰਨਾ ਬਣਦਾ ਹੈ। ਸਿਰ ਤੇ ਡਾਂਗਾ ਵੀ ਖਾਧੀਆਂ, ਪੁਲਿਸ ਵੀ ਘੇਰ ਲੈਂਦੀ ਸੀ, ਪਰਚੇ ਵੀ 302 ਦੇ ਪਤਾ ਨਹੀਂ ਕਾਹਦੇ ਕਰਵਾਏ ਸਨ ਇਹਦੀ ਸਿਸਟਰ ਤੇ। ਗੱਲਬਾਤ ਕਰਦੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਜੀ ਸਮਾਜੀ ਸਾਧ ਸੰਗਤ ਜੀ, ਇਹ ਜੋ ਕਿਲਾ ਤੁਸੀਂ ਆਪ ਦੇਖ ਰਹੇ ਹੋ, ਇਹ ਬਹੁਤ ਹੀ ਪਵਿੱਤਰ ਸਥਾਨ ਹੈ। ਇੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 4 ਵਾਰੀ ਇਸ ਕਿਲੇ ਵਿੱਚ ਆ ਚੁੱਕੇ ਹਨ। ਇਹ ਜੋ ਕਿ ਮੁਸਲਮਾਨ ਸ਼ਮਸ ਖਾਨ ਦੀ ਹਵੇਲੀ ਸੀਗੀ, ਹਵੇਲੀ ਕਰਕੇ ਜਾਣੀ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਕਬਜ਼ਾ ਕੀਤਾ ਹੋਇਆ ਸੀ। ਆਪ ਸਾਹਿਬ ਨੂੰ ਪੱਤਰਕਾਰ ਸਾਹਿਬ ਜੀ ਦੱਸਦੇ ਹਨ। ਸੰਗਤ ਜੀ, ਇਹਦੇ ਵਿੱਚ 4 ਵਾਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਕਿਲੇ ਵਿੱਚ ਆ ਚੁੱਕੇ ਹਨ। ਪਹਿਲੀ ਵਾਰੀ ਭੰਗਾਣੀ ਦਾ ਯੁੱਧ ਜਿੱਤਿਆ, ਜਦੋਂ ਮਹਾਰਾਜ ਇਸ ਭੱਠੇ ਤੇ ਆਏ, ਭੱਠਾ ਠੰਡਾ ਕੀਤਾ, ਸ਼ਮਸ ਖਾਨ ਨੂੰ ਪਤਾ ਲੱਗਿਆ, ਭੱਜੇ ਗਏ। ਮਹਾਰਾਜ ਨੂੰ 10ਵੇਂ ਪਾਤਸ਼ਾਹ ਨੂੰ ਇਸ ਕਿਲੇ ਦੇ ਵਿੱਚ ਲੈ ਕੇ ਆਏ। ਬਾਅਦ ਦੇ ਵਿੱਚ ਮਹਾਰਾਜ ਜਦੋਂ ਨਿਹੰਗ ਖਾਨ ਦੀ ਮੰਗਣੀ ਹੋਈ, ਉਦੋਂ 10ਵੇਂ ਪਾਤਸ਼ਾਹ ਵੀ ਉਦੋਂ ਵੀ ਆਏ। ਜਦੋਂ ਪਰਿਵਾਰ ਵਿਛੜਿਆ ਹੈ, ਉਦੋਂ ਵੀ ਬਾਬਾ ਜੀ ਸਿੰਘ ਜੀ, ਜੁਝਾਰ ਸਿੰਘ ਜੀ ਇੱਥੇ ਬਾਬਾ ਬਚਿੱਤਰ ਸਿੰਘ ਨੂੰ ਵੀ ਇਸ ਕਿਲੇ ਵਿੱਚ ਲੈ ਕੇ ਆਏ। ਤੇ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਜਿਹੜੇ ਚਾਂਦਨੀ ਚੌਕ ਸੀ ਛੱਡਣ ਗਏ ਸੀ, ਉਦੋਂ ਵੀ ਆਏ। ਕਿਉਂਕਿ 5 ਪਾਤਸ਼ਾਹ ਦੀ ਪਵਿੱਤਰ ਚਰਨਛੂਹ ਧਰਤੀ ਜਿਸ ਕਿਲੇ ਵਿੱਚ ਆਪਾਂ ਬੈਠੇ ਹਾਂ, ਇਹ ਸਾਰੀ ਹੀ ਇਮਾਰਤ ਵੀ ਦੇਖਦੇ ਹਾਂ, ਸਰਹੰਦੀ ਇੱਟਾਂ ਦੀ ਪੁਰਾਣੀ ਇਮਾਰਤ ਹੈ। ਤਕਰੀਬਨ ਇਹਦਾ ਜੇ ਆਪਾਂ
ਬਣੀ ਹੋਈ ਦਾ ਹਿਸਾਬ ਕਿਤਾਬ ਲਾਈਏ 500 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਜੋ ਇਮਾਰਤ ਹੋ ਚੁੱਕੀ ਹੈ, ਜੋ ਕਿਲ੍ਹਾ ਹੈ। ਇਹਦੇ ਵਿੱਚ ਹੁਣ ਜੋ ਸੇਵਾ ਹੈ ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ ਵੱਲੋਂ ਲਾਈ ਗਈ ਹੈ। ਬਾਕੀ ਸਾਰੀ ਸੰਗਤ ਦਾ ਸਹਿਯੋਗ ਵੀ ਹੈ ਇਹਦੇ ਵਿੱਚ। ਸਾਡੇ ਨਾਲ ਹੀ ਭਾਈ ਸਾਹਿਬ ਆਪਣਾ ਭਿੰਦਰ ਸਿੰਘ ਜੀ ਬੈਠੇ ਹਨ। ਇਹਨਾਂ ਨੇ ਵੀ ਬਹੁਤ ਹੀ ਇੱਥੇ ਸੰਘਰਸ਼ ਕੀਤਾ ਹੈ। ਇਹ ਪਵਿੱਤਰ ਜੋ ਕਿਲ੍ਹਾ ਖਿਲਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ, ਸਾਰੀ ਸੰਗਤ ਦੇ ਸਹਿਯੋਗ ਨਾਲ ਜੋ ਕਿ ਇਹ ਸੇਵਾ ਨਿਭਾਈ ਜਾ ਰਹੀ ਹੈ। ਬਹੁਤ ਹੀ ਪਵਿੱਤਰ ਸਥਾਨ ਹੈ। ਇਹਦੇ ਸ਼ਨੀਵਾਰ ਨੂੰ ਬੀਬੀਆਂ ਵੱਲੋਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਹਰ ਸ਼ਨੀਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। ਨਾਲੇ ਇੱਥੇ ਪੂਰਨਮਾਸੀ ਭਰੀ ਜਾਂਦੀ ਹੈ। ਮੈਂ ਸੰਗਤਾਂ ਨੂੰ ਦੁਬਾਰਾ ਦੱਸ ਦਿਆਂ, ਅਸੀਂ ਉਸ ਕਮਰੇ ਦੇ ਦਰਸ਼ਨ ਕਰਾ ਰਹੇ ਹਾਂ ਜਿਸ ਕਮਰੇ ਦੇ ਵਿੱਚ ਬੀਬੀ ਮੁਮਤਾਜ਼ ਤੇ ਭਾਈ ਬਚਿੱਤਰ ਸਿੰਘ ਸਨ। ਜਦੋਂ ਮੁਗਲਾਂ ਨੇ ਘੇਰ ਲਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਦੱਸ ਦਿੱਤਾ ਸੀ ਕਿ ਗੁਰੂ ਸਾਹਿਬ ਇੱਥੇ ਠਹਿਰੇ ਨੇ। ਇਸ ਕਮਰੇ ਦਾ ਦਰਵਾਜ਼ਾ ਬੰਦ ਸੀ। ਜ਼ਖਮੀ ਹਾਲਤ ਵਿੱਚ ਸਨ ਭਾਈ ਬਚਿੱਤਰ ਸਿੰਘ, ਤੇ ਜੋ ਮੁਗਲ ਫੌਜ ਦਾ ਸਿਪਾਹ ਸਲਾਰ ਸੀ ਉਹਨੇ ਆਵਾਜ਼ ਮਾਰੀ ਸੀ, ਕਿਉਂਕਿ ਜਿਹੜਾ ਨਿਹੰਗ ਖਾਂ ਸੀ ਉਹਦੀ ਉਸ ਟਾਈਮ ਕਾਫੀ ਬਣਦੀ ਸੀ। ਮੁਗਲ ਸਰਕਾਰ ਦੇ ਵਿੱਚ ਵੀ ਉਹਦਾ ਇੱਕ ਰੁਤਬਾ ਹੋਇਆ ਕਰਦਾ ਸੀ। ਉਹਦੀ ਜਵਾਨ ਤੇ ਹੀ ਇਤਬਾਰ ਸੀ ਉਹਨਾਂ ਨੂੰ, ਸਿਪਾਹੀਆਂ ਨੂੰ। ਤੇ ਉਹਨੇ ਬੇਨਤੀ ਕੀਤੀ, ਉਹ ਕਹਿੰਦਾ ਮੇਰੀ ਬੇਟੀ ਤੇ ਮੇਰੇ ਦਮਾਦ ਨੇ ਅੰਦਰ। ਜਦੋਂ ਉਸਦੇ ਜੋ ਸੈਨਾਪਤੀ ਸੀ ਉਹਨੇ ਆਵਾਜ਼ ਮਾਰੀ ਆ, ਤਾਂ ਇਸ ਕਮਰੇ ਦੇ ਵਿੱਚੋਂ ਬੀਬੀ ਮੁਮਤਾਜ਼ ਨੇ ਆਵਾਜ਼ ਦਿੱਤੀ ਸੀ ਕਿ ਅੱਬਾ ਜਾਨ ਅਸੀਂ ਠੀਕ ਆ। ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਸਨ, ਤੇ ਉਸ ਤੋਂ ਬਾਅਦ ਬੀਬੀ ਮੁਮਤਾਜ਼ ਨੇ ਵਿਆਹ ਨਹੀਂ ਸੀ ਕਰਾਇਆ। ਇਹੋ ਜਿਹੀ ਇਸ ਕਮਰੇ ਦੀ ਤਰਾਸਦੀ ਵੀ ਦਿਖਾ ਰਹੇ ਅਸੀਂ। ਇਹ ਮੇਰੇ ਉੱਪਰ ਨੇ ਸਰਹੰਦੀ ਇੱਟਾਂ ਨੇ, ਉਸੇ ਹਾਲਤ ਵਿੱਚ ਆ ਕਮਰਾ। ਸਿੱਖ ਜਥੇਬੰਦੀਆਂ ਨੇ ਕਿਸ ਤਰ੍ਹਾਂ ਕਬਜ਼ਾ ਲਿੱਤਾ, ਉਹਨਾਂ ਧਨਾੜ ਵਿਅਕਤੀਆਂ ਤੋਂ ਕਿੰਨੇ ਪਰਚੇ ਹੋਏ ਨੇ, ਕਿਸ ਤਰ੍ਹਾਂ ਅਰਦਾਸ ਕਰਕੇ ਭੱਠਾ ਸਾਹਿਬ ਤੋਂ ਚੱਲੇ ਨੇ। ਉਸ ਸੰਘਰਸ਼ ਦੇ ਇੱਕ ਮੋਢੀ ਨੇ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਕੋਟਲਾ ਨਿਹੰਗ। ਮੈਂ ਪਹਿਲਾਂ ਦੱਸਿਆ ਪਰਚੇ ਵੀ ਕਰਵਾਏ ਨੇ। ਭੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਸਾਰੀ ਸਿੱਖ ਕੌਮ ਨੂੰ, ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਹੈ, ਜੋ ਸਾਤੇ ਵਿਛੜਿਆ ਹੋਇਆ ਇਤਿਹਾਸ, ਵਿਛੜੀ ਹੋਈ ਧਰਤੀ ਪਿੰਡ ਕੋਟਲਾ ਨਿਹੰਗ ਖਾਂ ਵਿੱਚ, ਜਿੱਥੇ ਕਿ 47 ਤੋਂ ਪਹਿਲਾਂ ਗੁਰਦੁਆਰਾ ਕੋਟਲੀ ਸਾਹਿਬ ਹੁੰਦਾ ਸੀਗਾ। ਤੁਹਾਨੂੰ ਭਾਈ ਸਾਹਿਬ ਨੇ ਪਹਿਲਾਂ ਹੀ ਇਤਿਹਾਸ ਦੱਸਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ 4 ਵਾਰ ਆਏ ਹੈ, 5 ਪਾਤਸ਼ਾਹ ਹੀ ਆਏ ਹੈ, 4 ਵਾਰ ਗੁਰੂ ਗੋਬਿੰਦ ਸਿੰਘ ਜੀ ਆਏ ਹੈ, ਤੇ 6ਵੇਂ ਪਾਤਸ਼ਾਹ ਜੀ ਇਸ ਥਾਂ ਤੇ ਆਏ ਹੈ। ਜਦੋਂ ਨਿਹੰਗ ਖਾਨ ਦਾ ਦਾਦਾ ਜੀ, ਜਿਸ ਦਾ ਨਾਮ ਨਰੰਗ ਖਾਨ ਸੀਗਾ, ਉਸ ਦਾ ਬੇਟੇ ਦਾ ਨਾਮ ਸ਼ਮਸ਼ ਖਾਨ ਸੀਗਾ। ਸ਼ਮਸ਼ ਖਾਨ ਦੇ ਘਰਾਂ ਔਲਾਦ ਨਹੀਂ ਸੀ, 100 ਪਿੰਡਾਂ ਦੀ ਜ਼ਗੀਰ ਸੀਗੀ। ਤਾਂ ਉਸ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਸੀ, ਮੇਰੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਜਾਇਦਾਦ ਤਾਂ ਬਹੁਤ ਆ, ਲੇਕਿਨ ਇਸ ਨੂੰ ਵਰਤਣ ਵਾਲਾ ਘਰਾਂ ਕੋਈ ਨਹੀਂ ਹੈਗਾ। ਤਾਂ ਉਹ 6ਵੇਂ ਪਾਤਸ਼ਾਹ ਜੀ ਦੇ ਕੋਲ ਅਰਜ਼ ਕੀਤੀ ਕਿ ਮਹਾਰਾਜ ਮੇਰੇ ਘਰਾਂ ਔਲਾਦ ਨਹੀਂ ਹੈ, ਧਨ ਦੌਲਤ ਬਹੁਤ ਕੁਝ ਹੈ। 6ਵੇਂ ਪਾਤਸ਼ਾਹ ਜੀ ਨੇ ਕਿਹਾ ਤੁਹਾਡੇ ਘਰਾਂ 2 ਔਲਾਦ ਹੋਣਗੀ, ਪਰ ਉਸ ਦਾ 40 ਦਿਨ ਬਾਅਦ ਨਾਮਕਰਨ ਅਸੀਂ ਕਰਾਂਗੇ। ਉਸ ਦੇ ਘਰਾਂ ਨਿਹੰਗ ਖਾਨ ਦਾ ਜੋ ਬਾਪ ਸੀਗਾ, ਉਸ ਦੇ ਘਰਾਂ 2 ਬੱਚੇ ਹੋਏ, ਇੱਕ ਹੋਇਆ ਬੱਚਾ, ਇੱਕ ਹੋਈ ਬੇਟੀ, ਇੱਕ ਹੋਇਆ ਬੇਟਾ। 6ਵੇਂ ਪਾਤਸ਼ਾਹ ਜੀ ਨੂੰ ਸੱਦਾ ਪੱਤਰ ਭੇਜਿਆ। 6ਵੇਂ ਪਾਤਸ਼ਾਹ ਜੀ ਪਹਿਲੀ ਵਾਰ ਇਸ ਥਾਂ ਤੇ ਆਏ। ਉਸ ਬੱਚੇ ਨੂੰ ਗੋਦੀ ਚੱਕ ਕੇ ਨਾਂ ਰੱਖਿਆ ਕੋਟਲਾ ਨਿਹੰਗ ਖਾਂ। ਸਾਡੇ ਪਿੰਡ ਦਾ ਪਹਿਲਾ ਨਾਮ ਕੋਟ ਪਠਾਣਾ ਸੀਗਾ। ਜੋ ਬੇਟੀ ਸੀ ਉਸ ਨੂੰ ਗੋਦੀ ਚੱਕ ਕੇ ਉਸ ਦਾ ਨਾਮ ਰੱਖਿਆ ਉਮਰੀ। ਉਹ ਬੇਟੀ ਬੜੀ ਹੋ ਤੋਂ ਮਾਸੂ ਵਾਲੇ ਵਿਆਹੀ ਆ। ਉਹਦੇ 2 ਪੁੱਤਰ ਹੋਏ ਆ, ਇੱਕ ਦਾ ਨਾਮ ਨਵੀਂ ਖਾਂ, ਦੂਜੇ ਦਾ ਨਾਮ ਗਨੀ ਖਾਂ। ਤੋਂ ਉਸ ਤੋਂ ਬਾਅਦ 7ਵੇਂ ਪਾਤਸ਼ਾਹ ਜੀ ਵੀ ਆਏ ਹੈਗੇ ਆ, ਔਰ 8ਵੇਂ ਪਾਤਸ਼ਾਹ ਜੀ ਵੀ ਆਏ ਆ, 9ਵੇਂ ਪਾਤਸ਼ਾਹ ਜੀ ਵੀ ਆਏ ਆ, 10ਵੇਂ ਪਾਤਸ਼ਾਹ ਜੀ ਹੋਏ, 4 ਵਾਰ ਆਏ ਹੈਗੇ ਆ। ਆਖਰੀ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਸ ਥਾਂ ਤੇ ਆਏ, ਆਪਣਾ ਨਿਹੰਗ ਖਾਨ ਦੇ ਕਿਲੇ ਦੇ ਵਿੱਚ ਆਏ, ਸਰਸਾ ਨਦੀ ਪਾਰ ਕੀਤੀ। ਮਰਗ ਪਰ ਰੰਗਣਾ ਦੇ ਮੁਗਲਾਂ ਨੇ ਜਿਉਂਦਾ ਜਾਂ ਮੁਰਦਾ ਗੁਰੂ ਸਾਹਿਬ ਨੂੰ ਫੜਨ ਵਾਸਤੇ ਘੇਰਾ ਪਾਇਆ ਹੋਇਆ ਸੀਗਾ। ਉੱਥੇ ਘੇਰੇ 'ਚ ਆ ਗਏ ਤੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਬਾਬਾ ਬਚਿੱਤਰ ਸਿੰਘ ਤੇ ਬਾਬਾ ਜੋਰਾਵਰ ਸਿੰਘ, ਇਹਨਾਂ ਨੇ ਉੱਥੇ ਜੰਗ ਲੜੀ। ਉੱਥੇ ਉਹਨਾਂ ਨੂੰ ਦੁਸ਼ਮਣਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਘੇਰਾ ਤੋੜ ਕੇ ਇਸ ਹਵੇਲੀ 'ਚ ਪਹੁੰਚੇ। ਪਿੱਛੇ ਹੀ ਮੁਗਲ ਫੌਜਾਂ ਪਿੱਛਾ ਕਰਦੀਆਂ ਇਸ ਹਵੇਲੀ ਨੂੰ ਘੇਰਾ ਪਾ ਲਿੱਤਾ। ਸਾਧ ਸੰਗਤ ਜੀਓ, ਉਹ ਇਹੀ ਪਵਿੱਤਰ ਕਮਰਾ ਹੈਗਾ ਜਿਸ ਕਮਰੇ ਦੇ ਵਿੱਚ ਗੁਰੂ ਸਾਹਿਬ ਤੇ ਗੁਰੂ ਦੇ ਸਿੰਘ ਤੇ ਗੁਰੂ ਦੇ ਸਾਹਿਬਜ਼ਾਦੇ ਸੀਗੇ। ਇਹੀ ਕਮਰਾ ਹੈਗਾ ਏ। ਤੇ ਇਸ ਕਿਲੇ ਨੂੰ ਆ ਕੇ ਹਵੇਲੀ ਨੂੰ ਫੌਜਦਾਰ ਨੇ ਘੇਰਾ ਪਾ ਲਿੱਤਾ। ਨਿਹੰਗ ਖਾਨ ਨੂੰ ਕਿਹਾ, ਨਿਹੰਗ ਖਾਨ ਸਾਨੂੰ ਪੱਕੀ ਛੂਹ ਮਿਲੀ ਆ, ਤੇਰੇ ਹਵੇਲੀ ਦੇ ਵਿੱਚ ਗੁਰੂ ਸਾਹਿਬ, ਬਾਗੀ ਗੁਰੂ ਸਾਹਿਬ ਆ ਕੇ ਠਹਿਰੇ ਹੋਏ ਆ, ਅਸੀਂ ਉਸ ਨੂੰ ਪਕੜਨਾ ਹੈ, ਤਾਂ ਸਾਨੂੰ ਇਸ ਹਵੇਲੀ ਦੀ ਤਲਾਸ਼ੀ ਦੇ। ਨਿਹੰਗ ਖਾਨ ਨੇ ਕਿਹਾ ਬੜੀ ਖੁਸ਼ੀ ਨਾਲ ਤਲਾਸ਼ੀ ਲਓ। ਉਸ ਟਾਈਮ ਇਹ ਹਵੇਲੀ 5 ਏਕੜ 'ਚ ਹੁੰਦੀ ਸੀ, ਬਹੁਤ ਬੜੀ ਹੁੰਦੀ ਸੀ। ਨਿਹੰਗ ਖਾਨ ਨੇ ਸਾਰੀ ਹਵੇਲੀ ਦੀ ਤਲਾਸ਼ੀ ਦੇ ਦਿੱਤੀ। ਜਦੋਂ ਇੱਕ ਕਮਰਾ ਰਹਿ ਗਿਆ ਤਾਂ ਇਸ ਕਮਰੇ ਦਾ ਦਰਵਾਜ਼ਾ ਹੈਗਾ, ਇਹ ਦਰਵਾਜ਼ਾ ਹੈਗਾ ਏ
ਤੇ ਨਿਹੰਗ ਖਾਨ ਨੇ ਕੁੰਡਾ ਖੜਕਾ ਕੇ ਬੇਟੀ ਮਮਤਾਜ ਨੂੰ ਆਵਾਜ਼ ਮਾਰੀ, ਬੇਟੀ ਮਮਤਾਜ ਮਹਿਮਾਨ ਕੀ ਕਰ ਰਹੇ ਆ। ਅੰਦਰ ਤੋਂ ਆਵਾਜ਼ ਆਈ, ਅੱਬੂ ਹਜੂਰ ਮਹਿਮਾਨ ਤਾਂ ਆਰਾਮ ਕਰ ਰਹੇ ਆ। ਫੌਜਦਾਰ ਨੇ ਆਪਣੀ ਉਸ ਨਿਹੰਗ ਖਾਨ ਦੀ ਬੇਟੀ ਦੀ ਆਵਾਜ਼ ਸੁਣ ਕੇ ਗੁਸਤਾਖੀ ਮਾਫੀ ਦਾ ਲਫ਼ਜ਼ ਬੋਲ ਕੇ ਵਾਪਸ ਚਲੇ ਜਾਂਦਾ ਹੈ। ਨਿਹੰਗ ਖਾਨ ਨੂੰ ਕਹਿੰਦਾ, ਨਿਹੰਗ ਖਾਨ ਸਾਨੂੰ ਕਿਸੇ ਨੇ ਗਲਤ ਸੂਚਨਾ ਦੇਤੀ, ਅਸੀਂ ਗੁਸਤਾਖੀ ਮਾਫੀ ਬੋਲਦੇ ਆ। ਤਾਂ ਫੌਜ ਵਾਪਸ ਚਲੇ ਜਾਂਦੀ ਆ। ਉਸੇ ਸਮਾਂ ਹੁੰਦਾ ਏ ਨਿਹੰਗ ਖਾਨ ਨੂੰ ਗੁਰੂ ਸਾਹਿਬ ਕਹਿੰਦੇ ਆ, ਨਿਹੰਗ ਖਾਨ ਸਾਡੇ ਸਿੰਘ ਫੱਟੜ ਹੋਏ ਪਏ ਆ, ਅਗਰ ਇਹ ਸ਼ਹੀਦ ਹੋ ਗਏ ਤਾਂ ਇਹਨਾਂ ਦਾ ਸਿੱਖੀ ਮਰਿਆਦਾ ਅਨੁਸਾਰ ਸੰਸਕਾਰ ਕਰੀ, ਅਗਰ ਇਹ ਠੀਕ ਹੋ ਗਏ ਤਾਂ ਇਹਨਾਂ ਤੇ ਮੱਲਮ ਪੱਟੀ ਕਰੀ। ਤਾਂ ਗੁਰੂ ਗੋਬਿੰਦ ਸਿੰਘ ਦੀ ਜਾਨ ਲੱਗਦੇ ਹੈਗੇ ਆ ਤੇ ਮਮਤਾਜ ਗੁਰੂ ਸਾਹਿਬ ਦੇ ਪੈਰ ਫੜ ਲੈਂਦੀ ਆ। ਮਮਤਾਜ ਕਹਿੰਦੀ, ਮਹਾਰਾਜ ਮੇਰੇ ਤੇ ਮਿਹਰ ਕਰੋ, ਰਾਤ ਗੁਰੂ ਸਾਹਿਬ ਨੇ ਤੁਹਾਨੂੰ, ਮੇਰੇ ਅੱਬੂ ਹਜੂਰ ਨੇ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਉਰੀ ਰਹੋ, ਤੁਹਾਡੇ ਪਿੱਛੇ ਮੁਗਲ ਫੌਜ ਲੱਗੀ, ਤੁਹਾਡਾ ਨੁਕਸਾਨ ਕਰਨਗੇ। ਗੁਰੂ ਸਾਹਿਬ ਨੇ ਕਿਹਾ, ਨਹੀਂ, ਅਸੀਂ ਜ਼ੁਲਮ ਦੇ ਖਿਲਾਫ ਜੰਗਾਂ ਲੜਨੀਆਂ, ਅਸੀਂ ਉਰੇ ਨਹੀਂ ਰਹਿ ਸਕਦੇ, ਅਸੀਂ ਜਾਣਾ ਹੈ। ਗੁਰੂ ਸਾਹਿਬ ਨੂੰ ਜਦ ਦੇਖ ਕੇ ਮਮਤਾਜ ਦੀਆਂ ਅੱਖਾਂ ਭਰ ਆਉਂਦੀਆਂ। ਗੁਰੂ ਸਾਹਿਬ ਗਾਤਰੇ ਸਮੇਤ ਬੀਬੀ ਮਮਤਾਜ ਨੂੰ ਕਿਰਪਾਨ ਉਤਾਰ ਕੇ ਦਿੰਦੇ ਆ। ਕਹਿੰਦੇ, ਮਮਤਾਜ ਜਦੋਂ ਵੀ ਤੂੰ ਇਹਨਾਂ ਸ਼ਾਸਤਰਾਂ ਨੂੰ ਦੇਖੂਗੀ ਤੈਨੂੰ ਰੋਜ਼ ਮੈਂ ਇਸ ਵਿੱਚ ਨੂੰ ਦਰਸ਼ਨ ਦਿਆ ਕਰਾਂਗਾ, ਇਹਨਾਂ ਸ਼ਾਸਤਰਾਂ ਦੀ ਇਬਾਦਤ ਕਰੀ। ਇੱਕ ਨਿਹੰਗ ਖਾਨ ਨੂੰ ਖੰਜਰ ਕੱਢ ਕੇ ਦਿੱਤਾ ਕਮਰ ਕਸੇ ਚੋਂ। ਨਿਹੰਗ ਖਾਨ ਨੂੰ ਕਿਹਾ, ਨਿਹੰਗ ਖਾਨ ਮੈਂ ਤੇਰੀ ਸੇਵਾ ਤੇ ਬਹੁਤ ਖੁਸ਼ ਹਾਂ। ਇਹ ਪੁਰਾਤਨ ਫੋਟੋ ਆਪ ਜੀ ਦੇਖ ਰਹੇ ਹੈਗੇ ਆ। ਇਸੇ ਕਮਰੇ ਦੇ ਵਿੱਚ ਗੁਰੂ ਸਾਹਿਬ ਮਮਤਾਜ ਨੂੰ ਸ਼ਸਤਰ ਭੇਟ ਕਰ ਰਹੇ ਆ। ਕਿਹਾ ਸੀ, ਮਮਤਾਜ ਜਦੋਂ ਵੀ ਤੂੰ ਇਹਨਾਂ ਸ਼ਾਸਤਰਾਂ ਨੂੰ ਦੇਖੂਗੀ ਇਹਦੇ ਵਿੱਚ ਨੂੰ ਤੈਨੂੰ ਮੈਂ ਦਰਸ਼ਨ ਦਿਆ ਕਰਾਂਗਾ। ਇੱਕ ਨਿਹੰਗ ਖਾਨ ਨੂੰ ਵੀ ਖੰਜਰ ਕੱਢ ਕੇ ਦਿੱਤਾ। ਇਹ 47 ਤੋਂ ਬਾਅਦ ਜਦੋਂ ਨਿਹੰਗ ਆਪਣਾ ਮਮਤਾਜ ਪੂਰੀ ਹੋ ਜਾਂਦੀ ਹੈਗੀ ਆ, ਨਿਹੰਗ ਖਾਨ ਪੂਰਾ ਹੋ ਜਾਂਦਾ, ਇਸੇ ਕਮਰੇ ਦੇ ਵਿੱਚ ਪਠਾਨ ਪਰਿਵਾਰ ਗੁਰਦੁਆਰਾ ਬਣਾ ਦਿੰਦੇ ਆ। ਕੋਟੜੀ ਸਾਹਿਬ ਦਾ ਬਹੁਤ ਹੀ ਗ੍ਰੰਥਾਂ ਵਿੱਚ ਵੀ ਜ਼ਿਕਰ ਆ ਰਿਹਾ ਹੈਗਾ ਹੈ, ਗੁਰਦੁਆਰਾ ਕੋਟੜੀ ਸਾਹਿਬ ਦਾ। ਭੁਪਿੰਦਰ ਸਿੰਘ ਜੀ, ਤੁਹਾਡੇ ਲਈ ਸਵਾਲ ਹੈ, ਸਿੱਖ ਧਰਮ ਦੇ ਵਿੱਚ ਜਿੱਥੇ ਕਿਉਂਕਿ ਧਰਮ ਦੇ ਨਾਂ ਤੇ ਬੜੇ ਮੁੱਦੇ ਪੈਦਾ ਕੀਤੇ ਜਾ ਰਹੇ ਨੇ, ਬੜੇ ਮੁਸਲਮਾਨਾਂ ਨੂੰ ਹਿੰਦੂਆਂ ਨਾਲ, ਹਿੰਦੂਆਂ ਨੂੰ ਈਸਾਈਆਂ ਦੇ ਨਾਲ ਲੜਾਇਆ ਜਾ ਰਿਹਾ ਹੈ, ਸਿੱਖ ਦੇ ਧਰਮ ਦੇ ਵਿੱਚ ਮੁਸਲਮਾਨ ਲੋਕਾਂ ਦਾ ਯੋਗਦਾਨ ਇਸ ਕਮਰੇ ਦੇ ਵਿੱਚ ਤਾਂ ਕੀ, ਪੀਰ ਬੁੱਧੂ ਸ਼ਾਹ ਦੀ ਗੱਲ ਕਰੀਏ, ਆਪਣੇ ਪੁੱਤਰ ਵਰਵਾ ਦਿੱਤੇ ਨੇ, ਨਿਹੰਗ ਖਾਨ ਦੀ ਗੱਲ ਕਰੀਏ, ਆਪਣੀ ਬੇਟੀ, ਉਹਨਾਂ ਦੀ ਬੇਟੀ ਨੇ ਸ਼ਾਦੀ ਨਹੀਂ ਕਰਵਾਈ, ਬੜੀਆਂ ਕੁਰਬਾਨੀਆਂ ਨੇ ਸਿੱਖ ਧਰਮ ਦੇ ਨਾਲ। ਮੁਸਲਮਾਨ ਧਰਮ ਸਾਰੇ ਬਰਾਬਰ ਨੇ, ਬੜੀਆਂ ਕੁਰਬਾਨੀਆਂ ਨੇ। ਜੇਕਰ ਅਸੀਂ ਧਰਮਾਂ ਨੂੰ ਜੋੜ ਕੇ ਦੇਖੀਏ ਤਾਂ ਬਹੁਤ ਕੁਰਬਾਨੀਆਂ ਨੇ। ਸਿੱਖਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ, ਮੁਸਲਮਾਨ ਵੀ ਸਿੱਖਾਂ ਦੇ ਸ਼ਰਧਾਲੂ ਹੋਇਆ ਕਰਦੇ ਸਨ। ਹੁਣ ਇਸ ਹਵੇਲੀ ਦੀ ਹਾਲਤ ਇੰਨੀ ਖਰਾਬ ਹੈ, ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਮਾਣ ਨਹੀਂ, ਮੈਂ ਖੁਸ਼ੀ ਮਹਿਸੂਸ ਕਰਦਾ ਕਿ ਇਹ ਹਵੇਲੀ ਧਨਾੜ ਵਿਅਕਤੀਆਂ ਤੋਂ ਛੁਡਾਈ ਹੈ। ਇਸ ਹਵੇਲੀ ਤੇ ਕਬਜ਼ਾ ਤਾਂ ਨਹੀਂ ਕਹਿ ਸਕਦੇ, ਜਿਨ੍ਹਾਂ ਨੇ ਕਬਜ਼ਾ ਛੱਡਿਆ ਕਿਸ ਤਰ੍ਹਾਂ ਛਡਾਇਆ ਉਹ ਬਾਅਦ ਦੀ ਗੱਲ ਹੈ, ਪਰ ਇਸ ਹਵੇਲੀ ਦੀ ਜਿਹੜੀ ਹੁਣ ਦੇਖ ਰੇਖ ਹੈ ਇਹ ਹੁਣ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਜੋ 96 ਕਰੋੜੀ ਬੁੱਢਾ ਦਲ ਵਾਲੇ ਨੇ ਉਹ ਕਰ ਰਹੇ ਨੇ। ਹਵੇਲੀ ਦੀ ਹਾਲਤ ਇੰਨੀ ਖਰਾਬ ਹੈ, ਬਾਲੇ ਵੀ ਗਿਰ ਚੁੱਕੇ ਨੇ, ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਆਪਾਂ ਇੱਕ ਕੰਮ ਕਰੀਏ, 500 ਮੀਟਰ, ਹਾਂਜੀ 500 ਮੀਟਰ ਦੂਰ ਤੇ ਭੱਠਾ ਸਾਹਿਬ ਹੈ, ਇੱਥੋਂ ਦੂਰੀ ਹੈ, ਉਹਨਾਂ ਦੇ ਗੱਲੇ ਫੁੱਲ ਨੇ, ਉਹਨਾਂ ਕੋਲ ਕੈਮਰੀਆਂ ਗੱਡੀਆਂ ਨੇ, ਕੋਈ ਮੈਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ। ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੱਲਿਆਂ ਵਿੱਚ ਨਾ ਪਾਈਏ। ਇਹ ਦੇਖੋ, ਇੱਥੇ ਬੀਬੀ ਮੁਮਤਾਜ ਸੀ, ਇਹ ਭਾਈ ਬਚਿੱਤਰ ਸਿੰਘ ਦੀਆਂ ਨੇ, ਇਸੇ ਕਮਰੇ ਵਿੱਚ ਉਹ ਜ਼ਖਮੀ ਹਾਲਤ ਵਿੱਚ ਸਨ। ਆਪਾਂ ਇਸ ਦੀ ਸੇਵਾ ਸੰਭਾਲ ਕਰਨੀ ਹੈ। ਕੀ ਬੇਨਤੀ ਕਰਦੇ ਹੋ ਭੁਪਿੰਦਰ ਸਿੰਘ ਜੀ ਸੰਗਤਾਂ ਨੂੰ? ਮੈਂ ਜੀ ਇਹੀ ਬੇਨਤੀ ਕਰਦਾ ਹੈਗਾ, ਇਹ ਗੁਰਦੁਆਰਾ ਕੋਟੜੀ ਸਾਹਿਬ ਜਿੱਥੇ ਨਿਹੰਗ ਖਾਨ ਦੇ ਪਰਿਵਾਰ ਨੇ ਬੀਬੀ ਮਮਤਾਜ ਤੋਂ ਬਾਅਦ, ਨਿਹੰਗ ਖਾਨ ਤੋਂ ਬਾਅਦ ਇੱਥੇ ਦੋਏ ਸ਼ਸਤਰ ਰੱਖ ਕੇ ਗੁਰਦੁਆਰਾ ਕੋਟੜੀ ਸਾਹਿਬ ਬਣਾਇਆ ਸੀਗਾ। ਘੱਟ ਤੋਂ ਘੱਟ ਉਰੇ ਗੁਰਦੁਆਰਾ ਕੋਟੜੀ ਸਾਹਿਬ 2-250 ਸਾਲ ਤੱਕ ਗੁਰਦੁਆਰਾ ਕੋਟੜੀ ਸਾਹਿਬ ਚੱਲਦਾ ਰਿਹਾ। 47 ਤੋਂ ਪਹਿਲਾਂ ਨਿਹੰਗ ਖਾਨ ਦਾ ਪਰਿਵਾਰ ਜਦੋਂ 1947 ਦੇ ਵਿੱਚ ਪਾਕਿਸਤਾਨ ਨੂੰ ਜਾਣ ਲੱਗੇ, ਇੱਕ ਰਾਲਾ ਸਿੰਘ ਮਸਤਾਨਾ ਦਾ ਨਾਂ ਦਾ ਬੰਦਾ ਸੀਗਾ, ਜਿਨ੍ਹਾਂ ਦੇ ਪੂਰਵਜਾਂ ਨੇ ਭਾਈ ਬਚਿੱਤਰ ਸਿੰਘ ਦੇ ਸੰਸਕਾਰ ਕੀਤੇ ਸੀਗੇ। ਭਾਈ ਬਚਿੱਤਰ ਸਿੰਘ ਦੇ ਸ਼ਸਤਰ ਵੀ ਆਪਣੇ ਕੋਲ ਸੰਭਾਲ ਕੇ ਰੱਖੇ ਉਹਨਾਂ ਨੇ, ਤੇ ਗੁਰਸਿੱਖ ਪਰਿਵਾਰ ਸੀਗੇ। ਉਹਨਾਂ ਨੂੰ ਨਿਹੰਗ ਖਾਨ ਦਾ ਪਰਿਵਾਰ, ਪਠਾਨ ਪਰਿਵਾਰ ਜਾਣ ਲੱਗੇ, ਇਸ ਹਵੇਲੀ ਦੀ ਚਾਬੀ ਦੇ ਗਏ, ਸੇਵਾ ਸੰਭਾਲ ਦੇ ਗਏ। ਉਧਰੋਂ ਇੱਕ ਬੁੱਚੜ ਨਾਂ ਦਾ ਬੰਦਾ ਆਇਆ, ਇਸ ਹਵੇਲੀ ਤੇ ਇਸ ਪਿੰਡ ਦੇ ਘੜਾਮ ਚੌਧਰੀ ਨਾਲ ਮਿਲ ਕੇ ਕਬਜ਼ਾ ਕਰ ਲਿੱਤਾ, ਜਬਰਨ ਕਬਜ਼ਾ ਕਰ ਲਿੱਤਾ। ਸਹੀ ਹੈ। ਤੇ ਬਾਬਾ ਰਲਾ ਸਿੰਘ ਨੇ ਦੋਏ ਸ਼ਸਤਰ ਚੱਕ ਕੇ ਗੁਰਦੁਆਰਾ ਭੱਠਾ ਸਾਹਿਬ ਰੱਖਿਆ ਆ, ਤੇ ਕਿਲੇ ਦੇ ਸੱਜੇ ਪਾਸੇ ਆਪਣਾ ਤੰਬੂ ਲਾ ਕੇ ਬੈਠ ਗਿਆ ਉਹ। ਇਸ ਬੰਦੇ ਨੂੰ ਕਹਿੰਦਾ, ਜੋ ਬੁੱਚੜ ਕਬਜ਼ਧਾਰੀ ਸੀਗਾ, ਵੀ ਮੈਂ ਤੇਤੋਂ ਹਵੇਲੀ ਦਾ ਕਬਜ਼ਾ ਲਊਂਗਾ, ਕੋਈ ਗੱਲ ਨਹੀਂ, ਮੈਂ ਗੁਰੂ ਦਾ ਸਿੱਖਾ, ਮੈਂ ਕਬਜ਼ਾ ਲਊਂਗਾ। ਤੇ 2 ਵਾਰ ਬਾਬਾ ਸੰਤਾ ਸਿੰਘ ਵੀ ਆਇਆ ਉਹਦੇ ਕਬਜ਼ਾ ਲੈਣ ਵਾਸਤੇ, ਬਾਬਾ ਰਲਾ ਸਿੰਘ ਨੇ ਬੁਲਾਇਆ, ਲੇਕਿਨ ਜੋ ਇਹ ਬੰਦਾ ਸੀਗਾ ਇਹਦੀ ਸਰਕਾਰੇ ਦਰਬਾਰੇ ਗੱਲ ਸੀ ਕਿ ਘਿਓ ਖਿਚੜੀ ਹੁੰਦੇ ਰਹੇ। ਹਾਂਜੀ, ਘਿਓ ਖਿਚੜੀ ਹੁੰਦੇ ਰਹੇ। ਸਰਕਾਰ ਨੇ ਤੇ ਬਦਮਾਸ਼ ਉਹਦੇ ਬੁਲਾ ਲੈਂਦਾ ਸੀਗਾ, ਕਬਜ਼ਾ ਨਹੀਂ ਲੈਣ ਦਿੱਤਾ। 2 ਵਾਰ ਬਾਬਾ ਸੰਤਾ ਸਿੰਘ ਉੱਤੇ ਮੁੜ ਜਾਂਦਾ ਰਿਹਾ, ਤੇ ਕਾਫੀ ਟਾਈਮ ਇਹ ਘੱਟੋ ਘੱਟ 35 ਸਾਲ 30 ਸਾਲ ਸੰਘਰਸ਼ ਚੱਲਦਾ ਰਿਹਾ। ਤੇ ਇੱਕ ਦਿਨ ਇਸ ਬੁੱਚੜ ਬੰਦੇ ਨੇ
ਜੋ ਨਿਹੰਗ ਸਿੰਘ ਬਾਬਾ ਰਲਾ ਸਿੰਘ ਕਿਲੇ ਦੇ ਸੱਜੇ ਪਾਸੇ ਤੰਬੂ ਲਾ ਕੇ ਬੈਠਾ ਸੀਗਾ, ਰਾਤ ਨੂੰ ਉੱਥੇ ਹੀ ਮਾਰ ਮੁਕਾਇਆ ਵੀ ਜਦ ਤੱਕ ਇਹ ਜਿਉਂਦਾ ਬੈਠਾ ਹੈ ਇਹਨੇ ਹਮਲਾ ਬੋਲੀ ਜਾਣਾ। ਉਸ ਤੋਂ ਬਾਅਦ ਚਲੋ ਛੋਟੇ ਲਫ਼ਜ਼ਾਂ 'ਚ ਗੱਲ ਕਰਦੇ, ਉਸ ਤੋਂ ਬਾਅਦ ਉਸੇ ਬੁੱਚੜ ਬੰਦੇ ਦਾ ਅੱਗੇ ਕਾਂਗਰਸ ਪਾਰਟੀ ਨਾਲ ਸੰਬੰਧਤ ਹੈ ਉਸ ਦਾ ਹੀ ਕਬਜ਼ਾ ਚੱਲਦਾ ਰਿਹਾ, ਜਿੰਦੇ ਲਾ ਕੇ ਰੱਖੇ ਨੇ, ਭਈਏ ਰਹਿੰਦੇ ਰਹੇ ਨੇ ਇਸ ਕਮਰੇ ਦੇ ਵਿੱਚ। ਭਈਏ ਰਹਿੰਦੇ ਸੀ ਜਦੋਂ ਤੁਸੀਂ ਜੋਤ ਲਾਉਣ ਆਇਆ ਕਰਦੇ ਸੀ ਮੇਰੇ ਨਾਲ, ਮੈਂ ਆਪਣੀ ਵੀ ਗੱਲ ਕਰਾਂ, ਤੁਸੀਂ ਜਦੋਂ ਜੋਤ ਬਾਲਣ ਆਇਆ ਕਰਦੇ ਸੀ ਤਾਂ ਗੇਟ ਤੇ ਜੋਤ ਬਾਲ ਕੇ ਚਲੇ ਜਾਂਦੀ ਸੀ। ਬੜੀ ਕੁਰਬਾਨੀ ਹੈ। ਤੁਸੀਂ ਹੁਣ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨੀ ਹੈ? ਹਾਲਤ ਖਰਾਬ ਹੈ, ਮੈਂ ਉੱਥੇ ਹੀ ਆਉਣਾ। ਸਿੱਖ ਸੰਗਤਾਂ ਜਿਹੜੀਆਂ ਭੱਠਾ ਸਾਹਿਬ ਮੈਂ ਪਹਿਲਾਂ ਬੇਨਤੀ ਕੀਤੀ ਆ, ਗੱਲੇ ਬਥੇਰੇ ਖੁੱਲ੍ਹਣੇ, ਬਥੇਰੀਆਂ ਕੈਮਰੀਆਂ ਗੱਡੀਆਂ ਨੇ, ਉਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੇ ਧਰਮ ਦੇ ਨਾਂ ਤੇ ਲੜਾ ਲਏ ਨੇ। ਉਹਨਾਂ ਕੋਲ ਤਾਂ 328 ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਤੇ ਉਹ ਨਹੀਂ ਉਹਨਾਂ ਨੂੰ ਲੱਭੇ, ਉਹ ਵੇਚ ਦਿੱਤੇ ਨੇ ਉਹਨਾਂ ਲੋਕਾਂ ਨੇ, ਬਥੇਰੇ ਨੇ। ਆਪਾਂ ਜੇ ਧਰਮ ਦੇ ਨਾਂ ਤੇ ਪੈਸਾ ਦੇਣਾ ਤਾਂ ਇਸ ਹਵੇਲੀ ਦੀ ਹਾਲਤ ਸੁਧਾਰੀਏ, ਇੱਥੇ ਲੰਗਰ ਚੱਲਣ ਤੇ ਇੱਥੇ ਜੋ ਹਵੇਲੀ ਦੇ ਵਿੱਚ ਲੋਕ ਦਰਸ਼ਨ ਕਰਨ, ਉਸ ਕਮਰੇ ਦੇ ਜਿਸ ਕਮਰੇ ਦੇ ਵਿੱਚ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਬੈਠੀ ਰਹੀ, ਇੱਥੋਂ ਹੀ ਮੁਮਤਾਜ਼ ਗਈ ਸੀ। ਹੋਰ ਕੀ ਗੱਲਬਾਤ ਕਰਨੀ ਜੀ? ਹਾਂਜੀ, ਅਸੀਂ ਸੰਗਤ ਜੀ ਨੂੰ ਇਹੀ ਚਾਹੁੰਦੇ ਆ ਵੀ ਇਹ ਉਹ ਪਵਿੱਤਰ ਸਥਾਨ ਹੈਗਾ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 4 ਵਾਰ ਆਏ ਹੈਗੇ ਆ, ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਆਇਆ ਹੈਗਾ। ਇਹ ਉਹੀ ਕਮਰਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਤੇ ਦੋਏ ਸਾਹਿਬਜ਼ਾਦੇ ਇਸੇ ਕਮਰੇ 'ਚ ਬੈਠੇ ਸੀ ਜਦੋਂ ਘੇਰਾ ਪਿਆ ਹੈਗਾ ਤੇ ਅੱਜ ਇਸ ਕਮਰੇ ਦੀ ਦੇਖੋ, ਇਸ ਹਵੇਲੀ ਦੀ ਹਾਲਤ ਖਸਤਾ ਹੋ ਚੁੱਕੀ ਬਹੁਤ। 1947 ਦੇ ਵਿੱਚ ਜਦੋਂ ਨਿਹੰਗ ਖਾਨ ਦਾ ਪਰਿਵਾਰ ਪਾਕਿਸਤਾਨ ਚਲੇ ਗਿਆ, ਉੱਥੇ ਇੱਕ ਬੁੱਚੜ ਨਾਂ ਦੇ ਬੰਦੇ ਨੇ ਆ ਕੇ ਕਬਜ਼ਾ ਕਰ ਲਿਆ। ਇਸ ਥਾਂ ਦੀ ਉਸਨੇ ਬੜੀ ਬੇਅਦਬੀ ਕੀਤੀ। ਇਸ ਹਵੇਲੀ ਦੀ ਬਹੁਤ ਬੜਾ ਰਕਬਾ ਸੀਗਾ, ਉਹਨੂੰ ਖਤਮ ਕੀਤਾ ਉਹਨੂੰ। ਤੁਸੀਂ ਮੈਂ ਇੱਕ ਹੋਰ ਸਵਾਲ ਹੈ, ਤੁਸੀਂ ਜਿਹੜੇ ਨਿਹੰਗ ਖਾਨ ਦੇ ਪੁਰਖੇ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਨਾਲ ਖੁਦ ਵੀ ਗੱਲਬਾਤ ਕੀਤੀ ਹੈ, ਮੇਰੀ ਵੀ ਗੱਲਬਾਤ ਕਰਾਈ ਹੈ। ਉਹ ਵੀ ਇਸ ਗੱਲ ਨੂੰ ਤਸਦੀਕ ਕਰਦੇ ਨੇ ਕਿ ਅਸੀਂ ਇੱਥੇ ਰਹਿ ਕੇ ਗਏ ਹਾਂ, ਸਾਡੇ ਪੁਰਖੇ ਇੱਥੇ ਰਹਿ ਕੇ ਗਏ ਨੇ। ਜਦੋਂ ਪਿਛਲੇ ਸਮੇਂ ਦੇ ਵਿੱਚ ਬਾਦਲ ਸਰਕਾਰ ਨੇ ਇੱਕ ਕਬੱਡੀ ਕੱਪ ਕਰਾਇਆ ਸੀਗਾ, ਉੱਥੋਂ ਕਬੱਡੀ ਕੱਪ ਦੀ ਜੋ ਟੀਮ ਸੀਗੀ ਉਸ ਦੇ ਨਾਲ ਆਏ ਸੀਗੇ ਜੋ ਕਿ ਪਠਾਨ ਨਿਹੰਗ ਖਾਨ ਦੇ ਪਰਿਵਾਰ ਦੇ ਪੀੜ੍ਹੀ ਦੇ ਮੈਂਬਰ ਸੀਗੇ। ਜਦੋਂ ਇਸ ਥਾਂ ਤੇ ਆਏ, ਉਹ ਇਸ ਥਾਂ ਤੇ ਆ ਕੇ ਉਹ ਰੋਣ ਲੱਗ ਗਏ ਦੇਖ ਕੇ। ਆਪਣੇ ਪੁਰਖਾਂ ਦੀਆਂ ਕਬਰਾਂ ਤੇ ਗਏ, ਥੋੜੀ ਦੂਰ ਜਾ ਕੇ ਨਿਹੰਗ ਖਾਨ ਦੀਆਂ ਕਬਰਾਂ ਹੈਗੀਆਂ। ਕੁਝ ਭੂ ਮਾਫੀਆ ਦੇ ਬੰਦੇ ਉੱਥੇ ਕਹਿੰਦੇ ਕਲੋਨੀ ਕੱਟਣੀ ਆ, ਉੱਥੇ ਵੀ ਗਰੀਬ ਨੇ, ਉੱਥੇ ਵੀ 10 ਨੇ ਜਾ ਕੇ ਮੋਹਰੇ ਹੋਏ, ਉੱਥੇ ਵੀ JCB ਮਸ਼ੀਨ ਦੇ ਪੰਜਿਆਂ ਮੋਹਰੇ ਜਾ ਕੇ ਖੜੇ ਆ। ਉਹ ਕਬਰਾਂ ਰੁਕਵਾਈਆਂ ਹੈਗੀਆਂ, ਅੱਜ ਵੀ ਖੜੀਆਂ ਹੈਗੀਆਂ ਉਹ ਕਬਰਾਂ। ਨਹੀਂ ਉਹਨੂੰ ਕੱਢ ਵੇਚ ਦੇਣਾ ਸੀਗਾ। ਉਹਨਾਂ ਨੇ ਜ਼ਿਆਦਾ ਆਪਣੇ ਆ ਕੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇਖੀਆਂ, ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਦੇਖੀਆਂ, ਆ ਕੇ ਉਹ ਪ੍ਰਭਾਵਿਤ ਹੋ ਕੇ ਰੋਣ ਲੱਗ ਗਏ ਵੀ ਸਿੱਖ ਇਤਿਹਾਸ ਵਿੱਚ ਸਾਡੇ ਬਜ਼ੁਰਗਾਂ ਦੀ ਬਹੁਤ ਕੁਰਬਾਨੀ ਆ। ਅੱਜ ਉਹ ਥਾਵਾਂ ਰੁਲ ਰਹੀਆਂ, ਕੋਈ ਉਹਨਾਂ ਦਾ ਬਾਲੀ ਬਾਰਤ ਨਹੀਂ ਹੈਗਾ ਸਾਂਭਣ ਵਾਸਤੇ। ਤਾਂ ਮੈਨੂੰ ਉੱਥੋਂ ਮੈਸੇਜ ਭੇਜਿਆ, ਫੋਨ ਕਰਕੇ ਬੁਲਾਇਆ। ਜਦੋਂ ਮੈਨੂੰ ਮਿਲਿਆ ਤਾਂ ਉਹ ਜੱਫੀ ਪਾ ਕੇ ਰੋਣ ਲੱਗ ਗਿਆ। ਕਹਿੰਦਾ ਮੈਂ ਸੋਚਿਆ ਵੀ ਸਾਡਾ ਭਾਰਤ ਵਿੱਚ, ਸਾਡਾ ਪੰਜਾਬ ਵਿੱਚ ਕੋਈ ਨਹੀਂ ਹੈਗਾ, ਤੁਸੀਂ ਸਾਡੇ ਆਪਣੇ ਆ ਜਿਹੜੇ ਸਾਡੇ ਬਜ਼ੁਰਗਾਂ ਦੀਆਂ ਯਾਦਗਾਰਾਂ ਬਚਾਉਣ ਪਿੱਛੇ ਲੜ ਰਹੇ ਆ। ਤੇ ਅੱਜ ਵੀ ਮੇਰਾ ਉਹਨਾਂ ਕੋਲ ਮੋਬਾਈਲ ਨੰਬਰ ਆ, ਮੇਰੇ ਕੋਲ ਉਹਨਾਂ ਦਾ WhatsApp ਨੰਬਰ ਆ ਤੇ ਮੇਰੇ ਕੋਲ ਮੈਸੇਜ ਵੀ ਭੇਜਦੇ। ਅੱਧਰ ਵੀ ਮੈਂ ਉਹਨਾਂ ਨੂੰ ਮੈਸੇਜ ਕਰਦਾ, ਗੱਲਬਾਤ ਹੋ ਰਹੀ। ਉਹਨੂੰ ਬੜੀ ਖੁਸ਼ੀ ਆ ਵੀ ਨਿਹਾਲ ਜੋ ਸਾਡੀ ਬਜ਼ੁਰਗਾਂ ਦੀ ਹਵੇਲੀ ਆ ਅੱਜ ਸਿੱਖ ਕੌਮ ਦੇ ਸੰਗਤ ਦੇ ਹਵਾਲੇ ਹੋਈ ਆ। ਅੱਜ ਇੱਥੇ ਨਿਤਨੇਮ ਹੋ ਰਿਹਾ ਗੁਰੂ ਗ੍ਰੰਥ ਸਾਹਿਬ। ਜਦੋਂ ਮੈਂ ਇੱਕ ਸਵਾਲ ਕਰਦਾ, ਜਦੋਂ ਨਿਹੰਗ ਖਾਨ ਦੀ ਹਵੇਲੀ ਤੇ ਸਿੱਖ ਸੰਗਤਾਂ ਨੇ ਕਬਜ਼ਾ ਤਾਂ ਨਹੀਂ ਛੁਡਵਾਇਆ ਸੀ, ਉਹ ਤੋਂ ਇੱਥੇ ਸਿੱਖ ਸੰਗਤਾਂ ਨੇ ਜਿੰਦੇ ਤੋੜੇ ਸਨ, ਜੈਕਾਰੇ ਛੱਡੇ ਸਨ, ਉਦੋਂ ਵੀ ਬਾਈ ਜੀ ਨੇ ਪਾਕਿਸਤਾਨ ਵਾਲੇ ਲੋਕਾਂ ਦੇ ਨਾਲ ਵੀਡੀਓ ਕਾਲ ਕੀਤੀ ਸੀ। ਜੋ ਨਿਹੰਗ ਖਾਨ ਦੇ ਪੁਰਖੇ ਨੇ ਬੜੇ ਖੁਸ਼ ਹੋਏ ਸਨ ਕਿ ਸਾਡੀ ਸੇਵਾ ਸੰਭਾਲ ਹੈ, ਜੋ ਸਾਡਾ ਵਿਰਾਸਤ ਹੈ ਉਹਨੂੰ ਕੋਈ ਸਾਂਭਣ ਵਾਲਾ। ਬਾਬਾ ਜੀ, ਜੇ ਤੁਸੀਂ ਚਲੋ 96 ਕਰੋੜੀ ਜਥੇਬੰਦੀ ਨਾਲ ਸੰਬੰਧਤ ਹੋ, ਜੇ ਇਹ ਹੁਣ ਇਸ ਤਰ੍ਹਾਂ ਦੀ ਕੋਈ ਸਥਿਤੀ ਪੈਦਾ ਹੁੰਦੀ ਹੈ, ਉਹ ਧਨਾੜ ਵਿਅਕਤੀ ਫੇਰ ਆਉਂਦੇ ਨੇ, ਕਿਉਂਕਿ ਜੇਕਰ ਕਮੇਟੀ ਕੋਲ ਕਬਜ਼ਾ ਹੁੰਦਾ ਤਾਂ ਉਹਨਾਂ ਨੇ ਤਾਂ ਹੁਣ ਤਾਂ ਕੁਝ ਹੋਰੇ ਰਾਮ ਇੱਥੇ ਕਰਨਾ ਸੀ, ਹੈ ਨਾ। ਇਹ ਤਾਂ ਕਮੇਟੀ ਵਾਲੇ ਤਾਂ ਤੁਹਾਨੂੰ ਪਤਾ ਕੀ ਕਰਦੇ ਨੇ। ਜੀ ਦੇਖੋ, ਉਹਨਾਂ ਨੂੰ ਹੁਣ ਉਹਦੇ ਆ ਹੀ ਨਹੀਂ ਸਕਦੇ ਹੈਗੇ। ਅਸੀਂ ਉੱਥੋਂ ਖਦੇੜ ਦਿੱਤੇ, ਅਸੀਂ ਪ੍ਰਸ਼ਾਸਨ ਦੇ DCR SDM ਦੇ ਸਾਹਮਣੇ ਉਹਨਾਂ ਨੂੰ ਬਿਲਕੁਲ ਨੰਗਾ ਕਰ ਦਿੱਤਾ। ਉਹ ਦੱਸਦੇ ਸੀ ਜਿਹੜੀ ਸਾਨੂੰ ਪਾਕਿਸਤਾਨ ਦੇ ਵਿੱਚ ਅਲਾਟ ਹੋਈ ਆ, ਉਹ ਸਾਨੂੰ ਇੱਧਰ ਅਲਾਟਮੈਂਟ ਹੋਈ ਆ, ਅਸੀਂ ਬਿਲਕੁਲ ਨੰਗੇ ਕਰਤੇ। ਨਾ ਕੋਈ ਉਹਨਾਂ ਕੋਲ ਅਲਾਟਮੈਂਟ ਆ, ਨਾ ਕੋਈ ਰਜਿਸਟਰੀ ਆ, ਨਾ ਹੀ ਕਿ ਉਹਨਾਂ ਕੋਲ ਫਰਦ ਹੈਗੀ ਆ। ਉਹਨਾਂ ਦਾ ਸਿਰਫ ਤੇ ਸਿਰਫ ਇਸ ਜਗ੍ਹਾ ਤੇ ਨਜਾਇਜ਼ ਕਬਜ਼ਾ ਸੀਗਾ। ਤਾਂ ਕਰਕੇ ਅਸੀਂ ਜਿੰਦੇ ਵੀ ਤੋੜੇ ਆ, ਅਸੀਂ ਕਬਜ਼ਾ ਵੀ ਲਿੱਤਾ, ਅਸੀਂ ਉਹਨੂੰ ਤੂੜੀ ਵੀ ਬਾਹਰ ਕੱਢੀ ਆ, ਸਮਾਨ ਵੀ ਬਾਹਰ ਕੱਢਿਆ ਹੈ। ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਆ ਵੀ ਇਸ ਜਗ੍ਹਾ ਤੇ ਅਸੀਂ ਗੁਰੂ ਦੇ ਬੀਬੀ ਮਮਤਾਜ਼ ਦੇ ਪੁੱਤ ਬੈਠੇ, ਅਸੀਂ ਆਪਣੀ ਵਿਰਾਸਤ ਵਾਸਤੇ ਲੜਨ ਵੀ ਜਾਣਦੇ ਆ, ਮਰਨ ਵੀ ਜਾਣਦੇ ਆ ਤੇ ਮਰਨ ਵੀ ਜਾਣਦੇ ਆ। ਹੁਣ ਸ਼ਹੀਦੀ ਦਿਹਾੜੇ ਸ਼ੁਰੂ ਹੋ ਰਹੇ ਨੇ, ਭੱਠਾ ਸਾਹਿਬ ਤੋਂ ਪਰਿਵਾਰ ਵਿਛੋੜੇ ਤੋਂ ਚੱਲੇ ਨੇ, ਪਰਿਵਾਰ ਵਿਛੜਿਆ ਹੈ ਤੇ ਜਾ ਕੇ ਪਰਿਵਾਰ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਾ ਕੇ ਚਿਣੇ ਗਏ ਨੇ। ਉੱਥੇ ਜਾ ਕੇ ਕਹਾਣੀ ਖਤਮ ਹੋਈ ਸੀ ਬੱਚਿਆਂ ਦੀ, ਹੈ ਨਾ। ਤੇ ਤੁਸੀਂ ਹੁਣ ਇਹ ਸ਼ਹੀਦੀ ਦਿਹਾੜਾ ਇੱਥੇ ਪਹਿਲੀ ਵਾਰੀ, ਮੈਂ ਦੱਸ ਦਿਆਂ ਪਹਿਲੀ ਵਾਰੀ ਸੰਗਤਾਂ, ਕਿਉਂਕਿ ਕਾਫੀ ਦੇਰ ਬਾਅਦ ਆਜ਼ਾਦੀ ਤੋਂ ਬਾਅਦ ਇਹ ਹਵੇਲੀ ਦੇ ਕਮਰੇ ਦੇ ਦਰਸ਼ਨ ਨਸੀਬ ਹੋਏ ਨੇ ਸਿੱਖ ਸੰਗਤਾਂ ਨੂੰ। ਤੇ ਆਜ਼ਾਦੀ ਤੋਂ ਬਾਅਦ ਇਹ ਬੰਦ ਹੀ ਸੀ, ਉਸ ਧਨਾੜ ਵਿਅਕਤੀ ਦੇ ਕੋਲ ਸੀ, ਇੱਥੋਂ ਦੇ ਸੰਬੰਧਤ ਹੈ, ਕੋਟਲੇ ਨਿਹੰਗ ਨਾਲ ਹੀ ਸੰਬੰਧਤ ਹੈ।
ਹੁਣ ਸਿੱਖ ਸੰਗਤਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ? ਇਹ ਜਿਹੜੀ ਆਪਾਂ ਹੁਣ ਪਹਿਲੀ ਵਾਰੀ ਇੱਥੇ ਸ਼ਹੀਦੀ ਜੋੜ ਮੇਲਾ ਦੇ ਜੋ ਮਨਾ ਰਹੇ ਆ ਇੱਥੇ, ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ, ਜੋ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਬੈਠੀਆਂ, ਆਪਣੇ ਦੇਸ਼ ਵਿੱਚ, ਆਪਣੇ ਸੂਬੇ ਵਿੱਚ ਸਿੱਖ ਸੰਗਤਾਂ ਬੈਠੀਆਂ, ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈ, ਜੋ 70 ਸਾਲਾਂ ਤੋਂ ਵਿਛੜੀ ਹੋਈ ਹਵੇਲੀ ਕੋਟਲਾ ਨਿਹੰਗ ਖਾਨ ਦਾ ਕਿਲਾ ਸਿੱਖ ਸੰਗਤ ਨਾਲ ਮਿਲਿਆ ਹੈਗਾ, ਬੜਾ ਸੰਘਰਸ਼ ਕਰਕੇ ਮਿਲਿਆ, ਬੜੀਆਂ ਕੁਰਬਾਨੀਆਂ ਕਰਕੇ ਮਿਲਿਆ ਹੈਗਾ ਹੈ, ਤੇ ਦਰਵਾਜ਼ੇ ਖੁੱਲੇ ਹੈਗੇ 70 ਸਾਲ ਬਾਅਦ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆਖਰੀ ਵਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗਿਆ ਹੈਗਾ, ਉੱਥੇ ਉਸੇ ਥਾਂ ਸਭਾ ਭਰਦੀਆਂ ਜਾ ਰਹੀਆਂ। ਗੁਰਦੁਆਰਾ ਭੱਠਾ ਸਾਹਿਬ, ਜਦੋਂ ਗੁਰੂ ਗੋਬਿੰਦ ਸਿੰਘ ਜੀ ਭਗਾਣੀ ਸਾਹਿਬ ਦਾ ਯੁੱਧ ਜਿੱਤ ਕੇ ਅਨੰਦਪੁਰ ਸਾਹਿਬ ਵਾਪਸ ਜਾ ਰਹੇ ਸੀਗੇ, ਉਸ ਸਮੇਂ ਗੁਰਦੁਆਰਾ ਭੱਠਾ ਸਾਹਿਬ ਆ ਕੇ ਉਹਨਾਂ ਨੇ ਠਹਿਰ ਮੰਗੀ ਦੀ ਨਿਹੰਗ ਖਾਨ ਦੇ ਭੱਠੇ ਤੇ, ਜਦੋਂ ਭੱਠਾ ਠੰਡਾ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਆਖਰੀ ਵਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਰਸਾ ਨਦੀ ਪਾਰ ਕਰਕੇ ਉਹ ਪਾਕ ਪਵਿੱਤਰ ਥਾਂ ਆਏ, ਜਿੱਥੇ ਗੁਰੂ ਗੋਬਿੰਦ ਸਿੰਘ ਦਾ ਦੋਏ ਬੜੇ ਸਾਹਿਬਜ਼ਾਦੇ ਤੇ ਬਾਬਾ ਜੋਰਾਵਰ ਸਿੰਘ, ਬਾਬਾ ਬਚਿੱਤਰ ਸਿੰਘ, ਗੁਰੂ ਗੋਬਿੰਦ ਸਿੰਘ ਇਕੱਠੇ ਹੋਏ ਇਸ ਥਾਂ ਤੇ ਇੱਥੇ ਆਏ ਸੀ, ਇੱਕ ਵਾਰੀ ਇਕੱਠੇ ਬੈਠੇ ਸਨ। ਤੇ ਮੇਨ ਥਾਂ ਜਿੱਥੇ ਸਭਾ ਭਰਨੀ ਚਾਹੀਦੀ ਹੈ ਉਹ ਥਾਂ ਇਹ ਹੈਗੀ ਆ ਸਾਧ ਸੰਗਤ ਜੀ। ਅੱਜ ਦੇਖੋ ਗੁਰਦੁਆਰਾ ਭੱਠਾ ਸਾਹਿਬ ਦੇਖੋ, ਉੱਥੇ ਘੱਟੋ ਘੱਟ 1.5 ਮਹੀਨਾ ਪਹਿਲਾਂ ਤਿਆਰੀ ਹੋਣ ਲੱਗੀ ਵੀ ਸਭਾ ਭਰਨੀ ਆ। ਉੱਥੇ ਹਰੇਕ ਪਿੰਡਾਂ ਦੇ ਵਿੱਚ ਗਰਾਹੀਆਂ ਇਕੱਠੀਆਂ ਹੋਣ ਲੱਗੀਆਂ ਲੰਗਰਾਂ ਵਾਸਤੇ, ਵੀ ਕਿਸੇ ਨੇ ਚਾਹ ਪਕੌੜੇ ਲੰਗਰ ਲਾਉਣਾ, ਕਿਸੇ ਨੇ ਗਜਰੇਲੇ ਦਾ ਲੰਗਰ ਲਾਉਣਾ, ਕਿਸੇ ਨੇ ਜਲੇਬੀਆਂ ਲੰਗਰ ਲਾਉਣਾ, ਕਿਸੇ ਨੇ ਰੋਟੀ ਦਾ ਲੰਗਰ ਲਾਉਣਾ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਭੱਠਾ ਠੰਡਾ ਕਰਕੇ ਆਏ ਸੀ, ਨਿਹੰਗ ਖਾਨ ਦਾ ਬੇਟਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਦੇ ਜਾ ਕੇ ਚਰਨ ਫੜੇ, ਮਹਾਰਾਜ ਇਹ ਭੱਠਾ ਨਹੀਂ ਤੁਹਾਡੇ ਆਰਾਮ ਕਰਨ ਦੀ ਥਾਂ ਹੈਗੀ, ਮੇਰੀ ਏਡੀ ਵੱਡੀ ਹਵੇਲੀ ਹੈ, ਉੱਥੇ ਜਾ ਕੇ ਪੈਰ ਪਾਓ ਮਹਾਰਾਜ, ਚੱਲੋ ਇਸ ਹਵੇਲੀ ਵਿੱਚ ਜਾ ਕੇ। ਸਾਡੇ ਗੁਰੂ ਦੇ ਵਿੱਚ ਇੰਨੀ ਪਾਵਰ ਸੀ ਕਿ ਉਹਨਾਂ ਦੇ ਘੋੜੇ ਦੇ, ਗੁਰੂ ਵਿੱਚ ਤਾਂ ਪਤਾ ਨਹੀਂ ਕਿੰਨੀ ਪਾਵਰ ਹੋਣੀ, ਘੋੜੇ ਦੇ ਪੌੜਾਂ ਦੇ ਨਾਲ ਹੀ ਭੱਠੇ ਠੰਡੇ ਹੋ ਜਾਇਆ ਕਰਦੇ ਸਨ। ਇਹੀ ਅਰਦਾਸ ਬੇਨਤੀਆਂ ਕਰਕੇ ਸਿੱਖ ਕੌਮ ਗੁਰਦੁਆਰਾ ਭੱਠਾ ਸਾਹਿਬ ਤੋਂ ਚੱਲੀ ਸੀ ਇਸ ਹਵੇਲੀ ਨੂੰ। ਹੁਣ ਜਿਹੜੀਆਂ ਸਿੱਖ ਸੰਗਤਾਂ ਇੱਥੇ ਆਉਣੀਆਂ ਨੇ 17, 18 ਤੇ 19 ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ, 15 ਤਰੀਕ ਪਰਿਵਾਰ ਵਿਛੋੜੇ ਤੋਂ ਸਟਾਰਟ ਹੋਣੀ ਹੈ। ਮੈਂ ਸਾਧ ਸੰਗਤ ਜੀ, ਮੈਂ ਇਹੀ ਕਹਿ ਰਿਹਾ ਸੀਗਾ ਵੀ ਦੇਖੋ ਸਾਰੇ ਇਲਾਕਿਆਂ ਦੇ ਵਿੱਚ ਗਰਾਹੀਆਂ ਹੋ ਰਹੀਆਂ ਵੀ ਅਸੀਂ ਗੁਰਦੁਆਰਾ ਭੱਠਾ ਸਾਹਿਬ ਲੰਗਰ ਲਾਉਣਾ। ਗੁਰੂ ਗੋਬਿੰਦ ਸਿੰਘ ਨੇ ਭੱਠਾ ਠੰਡਾ ਕਰਕੇ ਇਸ ਥਾਂ ਤੇ ਆਏ ਤੇ ਇਸ ਥਾਂ ਤੇ ਆਪਣਾ ਠੰਡਾ ਗੁੱਸਾ ਜਿੱਤੇ ਭੱਠਾ ਠੰਡਾ ਗੁੱਸੇ ਨਾਲ ਠੰਡਾ ਕੀਤਾ ਸੀਗਾ, ਇਸ ਥਾਂ ਤੇ ਆ ਕੇ ਨਿਹੰਗ ਖਾਨ ਨੇ ਗੁੱਸਾ ਮਹਾਰਾਜ ਦੇ ਚਰਨ ਫੜ ਕੇ ਸ਼ਾਂਤ ਕੀਤਾ ਸੀਗਾ ਵੀ ਮਹਾਰਾਜ ਵੀ ਤੁਹਾਡੇ ਆਰਾਮ ਕਰਨ ਜਗ੍ਹਾ ਇਹ ਆ। ਮਹਾਰਾਜ ਜੀ ਉਰੇ ਰਾਤ ਰਹੇ ਆ, ਉਰੇ ਲੰਗਰ ਪਾਣੀ ਪ੍ਰਸ਼ਾਦਾ ਛਕਿਆ, ਨਾਲੇ ਸਿੰਘਾਂ ਨੇ ਛਕਿਆ। ਸਾਧ ਸੰਗਤ ਜੀ ਹੁਣ ਸਭਾ ਦੇ ਦਿਨ ਆ ਰਹੇ ਆ, ਲਗਭਗ ਸਾਰੇ ਪਿੰਡਾਂ ਦੇ ਵੀ ਗਰਾਹੀਆਂ ਹੋ ਰਹੀਆਂ, ਚਾਹ ਵਾਲੇ ਵੀ ਕਰ ਰਹੇ, ਜਲੇਬੀਆਂ ਵਾਲੇ ਵੀ ਕਰ ਰਹੇ, ਪਕੌੜਿਆਂ ਵਾਲੇ ਵੀ ਕਰ ਰਹੇ, ਲੰਗਰ ਵਾਲੇ ਵੀ ਕਰ ਰਹੇ ਆ। ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਦੇ ਸਿੰਘਾਂ ਨੇ ਆ ਕੇ ਮਹਾਰਾਜ ਨੇ ਲੰਗਰ ਛਕਿਆ, ਉਹ ਜਗ੍ਹਾ ਆ ਹੈ। ਇਸ ਥਾਂ ਤੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਹੈਗਾ, ਕੋਈ ਚਾਹ ਦਾ ਪ੍ਰਬੰਧ ਨਹੀਂ ਹੈਗਾ, ਕੋਈ ਉਰੇ ਗੋਲਕ ਨਹੀਂ ਹੈਗੀ, 1 ਰੁਪਿਆ ਵੀ ਗੋਲਕ ਤੇ ਨਹੀਂ ਚੜਦਾ ਹੈਗਾ, ਨਾ ਕਿ ਕਿਸੇ ਨੂੰ ਪਤਾ ਹੈ। ਲੋਕ ਸਿਰਫ ਭੱਠਾ ਸਾਹਿਬ ਤੱਕ ਜੁੜੀਆਂ ਹੋਈਆਂ ਹੈ, ਜੋ ਕਿ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਦਾ ਹੈਗਾ, ਹਾਲਾਂਕਿ ਉਹ ਬਾਉਂਡਰੀ ਤੋਂ ਬਾਹਰ ਹੈਗਾ। ਇਤਿਹਾਸਕ ਜਗ੍ਹਾ ਜੋ ਹੈਗੀ ਕਿਲੇ ਦੇ ਅੰਦਰ ਹੈਗੀ ਆ, ਕਬਜ਼ੇ ਦੇ ਅਧੀਨ ਹੈਗੀ ਆ, ਉੱਥੇ ਤੋਂ ਮੁੜ ਜਾਂਦੇ ਆ। ਚਲੋ ਇੱਕ ਇਹ ਵੀ ਗੱਲ ਸੀ ਵੀ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਦੂਸਰੀ ਗੱਲ ਹੈ ਉਹ ਜਿਹੜੇ ਧਨਾੜ ਵਿਅਕਤੀ ਸਾਨੂੰ ਕੁੰਡੇ ਨਹੀਂ ਸੀ ਖੋਲਿਆ ਕਰਦੇ, ਇਹ ਵੀ ਹੋ ਸਕਦਾ ਵੀ ਲੋਕਾਂ ਨੂੰ ਹੁਣ ਤੁਸੀਂ ਦਰਸ਼ਨ ਕਰਾ ਰਹੇ ਹੋ। ਮੇਰੇ ਨਾਲ ਬੁੱਢਾ ਦਲ ਦੇ ਨਿਹੰਗ ਮੁਖੀ ਖੜੇ ਨੇ, ਇਹਨਾਂ ਕੋਲ ਪ੍ਰਬੰਧ ਹੈ। ਹੁਣ ਲੋਕਾਂ ਨੂੰ ਆਪਾਂ ਸੁਚੇਤ ਕਰ ਰਹੇ ਹਾਂ ਮੀਡੀਆ ਦੇ ਰਾਹੀਂ ਜਾਂ ਹੋਰ ਸਾਧਨਾਂ ਦੇ ਰਾਹੀਂ, ਤਾਂ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਾਡੀ ਪਾਕ ਪਵਿੱਤਰ ਜੋ ਲੋਕ ਬਾਹਰ ਦੇ ਹੈਗੇ ਆ, ਦੂਰ ਦਰਾੜ ਦੇ ਉਹਨਾਂ ਨੂੰ ਨਹੀਂ ਪਤਾ ਹੈਗਾ। ਜੋ ਇਸ ਘਾਟ ਏਰੀਏ ਦੇ ਲੋਕ ਹੈਗੇ ਆ, ਸਾਰੇ ਇਸ ਸੰਘਰਸ਼ ਦੇ ਵਿੱਚ ਆਏ ਸੀ ਕਿ ਜਦੋਂ ਅਸੀਂ ਹਵੇਲੀ ਦੇ ਜਿੰਦੇ ਤੋੜੇ ਕਬਜ਼ਾ ਲਿੱਤਾ ਹੈ, ਪੂਰੇ ਰੋਪੜ ਜ਼ਿਲ੍ਹੇ ਦੇ ਅੰਦਰ ਪਤਾ ਹੈਗਾ, ਇਸ ਪਿੰਡ ਦੇ ਅੰਦਰ ਵੀ ਪਤਾ ਹੈਗਾ ਵੀ ਹਾਂ ਵੀ ਹਵੇਲੀ ਦੀ ਕਬਜ਼ਾ ਮੁਕਤ ਹੋਈ ਹੈਗੀ ਆ। ਇੱਥੇ ਵੀ ਦੇਖੋ ਪ੍ਰਬੰਧ ਹੋਣੇ ਚਾਹੀਦੇ, ਲੰਗਰ ਲੱਗਣੇ ਚਾਹੀਦੇ ਆ। ਜੇ ਸੰਗਤ ਆਉਣੀ ਹੈ ਤਾਂ ਪੰਗਤ ਵੀ ਜ਼ਰੂਰੀ ਹੈਗੀ ਇੱਥੇ। ਤਾਂ ਮੈਂ ਸਾਧ ਸੰਗਤ ਜੀ ਨੂੰ, ਸਾਰੀ ਸੰਗਤਾਂ, ਇਲਾਕਾ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈਗਾ, ਆਓ ਆਪਾਂ ਗੁਰਦੁਆਰਾ ਕੋਟਲੀ ਸਾਹਿਬ ਦੇ ਕਿਲਾ ਨਿਹੰਗ ਖਾਨ ਦੇ ਆ ਕੇ ਇੱਥੇ ਆਪਾਂ ਦਰਸ਼ਨ ਕਰੀਏ, ਪੁਰਾਣੀ ਵਿਰਾਸਤ ਦੇਖੀਏ, ਕਿੱਥੇ ਗੁਰੂ ਸਾਹਿਬ ਆਏ ਸੀਗੇ, ਕਿਹੜੇ ਉਹ ਦਰਵਾਜ਼ੇ ਸੀਗੇ ਹੱਥ ਲੱਗੇ, ਕਿਹੜੀ ਉਹ ਦੀਵਾਰ ਸੀਗੀ, ਕਿਹੜੀ ਉਹ ਥਾਂ ਦੀ, ਕਿਹੜੀ ਉਹ ਛੱਤ ਹੈਗੀ ਆ। ਇੱਥੇ ਆ ਕੇ ਆਪਾਂ ਪ੍ਰਬੰਧ ਕਰੀਏ ਸਾਰਾ। ਇਸ ਹਵੇਲੀ ਦੀ ਖਸਤਾ ਹਾਲਤ ਹੋ ਚੁੱਕੀ ਆ, ਤੇੜਾਂ ਆ ਚੁੱਕੀਆਂ, ਫਰਸ਼ ਟੁੱਟੇ ਹੋਏ ਆ, ਹਰ ਇੱਕ ਚੀਜ਼ ਦੀ ਲੋੜ ਹੈਗੀ ਆ। ਅਤੇ ਬਾਬਾ ਜੀ ਦਾ ਜੋ ਪਰਿਵਾਰ ਹੈਗਾ ਇਹ ਵੀ ਬੜੇ ਉਹਦੇ ਵਿੱਚ ਹੈਗਾ, ਦਿੱਕਤ ਵਿੱਚ ਹੈਗਾ, ਕਿਉਂਕਿ ਇੱਥੇ ਗੋਲਕ ਨਹੀਂ ਹੈਗੀ ਬਿਲਕੁਲ ਵੀ। ਤਾਂ ਕਰਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਤਾਂ ਕਿ ਇਸ ਹਵੇਲੀ ਦੀ ਆਪਾਂ ਦੇਖਭਾਲ ਕਰੀਏ, ਇਸ ਹਵੇਲੀ ਨੂੰ ਆਪਾਂ ਦੁਬਾਰੇ ਮੁਰੰਮਤ ਕਰਾਈਏ, ਦੁਬਾਰੇ ਜਿਉਂਦੀ ਕਰੀਏ, ਸਰਜੀਤ ਕਰੀਏ, ਤਾਂ ਕਿ ਇਹ ਸਾਡੀ ਜੋ ਆਉਣ ਵਾਲੇ ਬੱਚੇ ਹੈਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਹੈਗੀਆਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਹਾਂ ਇਹ ਇਤਿਹਾਸਕ ਧਰਤੀ ਹੈਗੀ ਆ, ਜਿੱਥੇ 5 ਪਾਤਸ਼ਾਹੀਆਂ, 4 ਵਾਰਾਂ ਗੁਰੂ ਗੋਬਿੰਦ ਸਿੰਘ ਜੀ ਆਏ ਆ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਆਏ ਆ,
ਬਾਬਾ ਬਚਿੱਤਰ ਸਿੰਘ ਇਸ ਧਰਤੀ ਤੇ ਪੈਰ ਰੱਖਿਆ ਹੈਗਾ। ਇਹ ਗੱਲ ਉਹ ਪਾਕ ਖਤਮ ਕਰਦੇ ਆ। ਬੜਾ ਕੁਝ ਹੋਇਆ ਏ, ਪਾਕ ਪਵਿੱਤਰ ਜਗ੍ਹਾ ਏ, ਉਸ ਕਮਰੇ ਦੇ ਵਿੱਚ ਖੜੇ ਆ। ਖਾਸ ਤੌਰ ਤੇ ਸਿੱਖ ਸੰਗਤਾਂ ਨੂੰ ਦੱਸ ਦਈਏ, ਭਾਈ ਬਚਿੱਤਰ ਸਿੰਘ, ਬੀਬੀ ਮੁਮਤਾਜ ਇਸੇ ਕਮਰੇ ਵਿੱਚ ਸਨ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਸੀ। ਸਿੱਖ ਸੰਗਤਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੇ ਬੁੱਢਾ ਦਲ ਦੇ ਮੇਰੇ ਨਾਲ ਖੜੇ ਨੇ। ਅਪੀਲ ਹੈ, ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਆਪਾਂ ਹਾਂਜੀ, ਮੈਂ ਸਾਧ ਸੰਗਤ ਜੀ ਆਪ ਜੀ ਨੂੰ ਇਹ ਬੇਨਤੀ ਕਰਦਾ ਹੈਗਾ, ਇਸ ਜੋ ਜਗ੍ਹਾ ਹੈਗੀ ਆ, ਜੋ ਇਤਿਹਾਸਕਾਰ ਹੈਗੇ, ਬੁੱਧੀਜੀਵੀ ਹੈਗੇ ਆ, ਉਹਨਾਂ ਮੁਰੇ ਅਰਜ਼ ਕਰਦਾ ਹੈਗਾ ਹੈ ਵੀ ਇਸ ਥਾਂ ਦੇ ਇਤਿਹਾਸ ਦੋ ਹੈਗੇ। ਜੋ ਪਹਿਲਾ ਇਤਿਹਾਸ ਸੀਗਾ ਗੁਰੂ ਗੋਬਿੰਦ ਸਿੰਘ ਸਿੰਘਾਂ ਵਾਲਾ, ਤੇ ਇੱਕ ਭਾਈ ਬਚਿੱਤਰ ਸਿੰਘ ਵਾਲਾ। ਵੀ ਇਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀਗੇ। ਜੋ ਮੁਗਲ ਫੌਜਾਂ ਲੱਗੀਆਂ ਹੋਈਆਂ ਸੀਗੀਆਂ ਸਿਰਫ ਗੁਰੂ ਸਾਹਿਬ ਪਿੱਛੇ ਲੱਗੀਆਂ ਹੋਈਆਂ ਸੀਗੀਆਂ, ਨਾ ਕਿ ਕਿਸੇ ਸੈਨਿਕ ਪਿੱਛੇ, ਨਾ ਕਿਸੇ ਜਰਨੈਲ ਪਿੱਛੇ ਲੱਗੀਆਂ ਹੋਈਆਂ ਸੀਗੀਆਂ। ਜਿੱਥੇ ਜਿੱਥੇ ਲੱਭਿਆ ਹੈਗਾ ਗੁਰੂ ਸਾਹਿਬ ਨੂੰ ਲੱਭਿਆ ਹੈਗਾ। ਨੰਦੇੜ ਸਾਹਿਬ ਤੱਕ ਗੁਰੂ ਸਾਹਿਬ ਦਾ ਪਿੱਛਾ ਕੀਤਾ ਹੈਗਾ। ਚਾਹੇ ਮਾਸੂ ਵਾਲੇ ਨਮੀ ਖਾਨ, ਗਨੀ ਖਾਨ ਹੋਵੇ, ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਉਹਦਾ ਭੇਸ ਬਦਲ ਕੇ ਉੱਚੇ ਦਾ ਪੀਰ ਬਣਾ ਕੇ ਉੱਥੋਂ ਕੱਢਿਆ ਹੈਗਾ। ਇਸ ਥਾਂ ਤੇ ਵੀ ਗੁਰੂ ਗੋਬਿੰਦ ਸਿੰਘ ਸੀਗੇ। ਤੇ ਤੁਹਾਨੂੰ ਦੱਸ ਰਿਹਾ, ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਸ਼ਾਸਤਰ ਦੇ ਕੇ ਚਲੇ ਗਏ ਵੀ ਨਾ ਸ਼ਾਸਤਰਾਂ ਦੀ ਸੇਵਾ ਸੰਭਾਲ ਕਰਿਓ ਤੇ ਅਸੀਂ ਤੁਹਾਡੇ ਹਾਜ਼ਰ ਨਾਜ਼ਰ ਰਹਾਂਗੇ, ਤਾਂ ਮੁਗਲਾਂ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਪਠਾਨ ਝੂਠ ਬੋਲਿਆ। ਅੰਦਰ ਗੁਰੂ ਗੋਬਿੰਦ ਸਿੰਘ ਸੀਗੇ, ਆਪਣਾ ਜਵਾਈ ਕਹਿ ਕੇ ਕਿਹਾ ਵੀ ਮੇਰੇ ਅੰਦਰ ਜਵਾਈ ਪਏ ਸੀਗੇ। ਨਿਹੰਗਕਾਰ ਪਰਿਵਾਰ ਦੇ ਪਰ ਇੱਕ ਕੇਸ ਵੀ ਚੱਲਿਆ ਹੈਗਾ ਵੀ ਸਾਡੇ ਕੋਲ ਝੂਠ ਬੋਲਿਆ, ਉਹਨੇ ਦਿੱਤੇ ਸ਼ਾਸਤਰਾਂ ਦੀ ਇਬਾਦਤ ਕਰਦੇ ਆ। ਚਲੋ ਇਹ ਥੋੜਾ ਸਮੇਂ ਦੀ ਕਮੀ ਕਾਰਨ ਸਰਦਾਰ ਭੁਪਿੰਦਰ ਸਿੰਘ ਜੀ ਨੇ, ਮੈਂ ਇਸ ਚਿਹਰੇ ਤੋਂ ਜਾਣੂ ਕਰਾ ਦਵਾਂ, ਬੜੀ ਕੁਰਬਾਨੀ ਹੈ। ਨਿਹੰਗ ਖਾਂ ਦੇ ਕਿਲੇ ਪਿੱਛੇ ਇਸ ਵੀਰ ਨੇ ਮੇਰੇ ਨਾਲ ਮਿਲ ਕੇ ਕੀ ਕੀਤਾ ਏ। ਅਸੀਂ ਨਿਹੰਗ ਖਾਂ ਦੀਆਂ ਕਬਰਾਂ ਤੇ ਚੜੇ ਸਾਂ। ਵਿਰੋਧੀ ਪਾਰਟੀ ਵਾਲੇ ਕਹਿੰਦੇ ਸਨ ਕਿ ਮਾਰੋ ਇਹਨਾਂ ਦੇ ਗੋਲੀਆਂ। ਮੈਂ ਕਿਹਾ ਸੀ ਸੀਨਿਆਂ ਵਿੱਚ ਗੋਲੀਆਂ ਮਾਰੋ ਸਾਡੇ। ਇਹਨਾਂ ਦੇ ਕੋਲ ਦਾਤੀ ਸੀ, ਸ਼ਾਇਦ ਮੇਰੇ ਕੋਲ ਖੁਰਪਾ ਸੀ। ਮੈਂ ਕਿਹਾ ਪਿੱਠ ਪਿੱਛੇ ਜੇ ਗੁਰੂ ਦੇ ਚਰਨਾਂ ਦੇ ਵਿੱਚ ਮਰਨਾ ਹੋਵੇ ਤਾਂ ਫਿਰ ਸੀਨੇ 'ਚ ਗੋਲੀ ਮਾਰ ਤੂੰ। ਮੈਂ ਕਿਹਾ ਤੈਨੂੰ ਦੇਖਾਂਗੇ। ਕੋਈ ਨਹੀਂ ਸੀ ਖੜਿਆ। ਨਿਹੰਗ ਖਾਂ ਦੀਆਂ ਕਬਰਾਂ ਥੋੜੀ ਦੂਰ ਨੇ, ਉਹ ਵੀ ਉਸੇ ਤਰ੍ਹਾਂ ਆਬਾਦ ਨਹੀਂ ਹੋਈਆਂ। ਕੋਸ਼ਿਸ਼ ਹੈ, ਕਬਜ਼ਾ ਹੈ ਉਹਨਾਂ ਦਾ। ਭੁਪਿੰਦਰ ਸਿੰਘ ਕੇਸ ਲੜ ਰਹੇ ਨੇ। ਸੰਗਤਾਂ ਦਰਸ਼ਨ ਕਰ ਰਹੀਆਂ ਨੇ ਉਸ ਨਿਹੰਗ ਖਾਂ ਦੀ ਹਵੇਲੀ ਦੀਆਂ, ਜੋ ਭੱਠਾ ਸਾਹਿਬ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਹੈ। ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਪਾਕ ਮੁਕੱਦਰ ਨੇ ਸੰਗਤਾਂ ਉਹ ਜਿਹੜੀਆਂ ਸਮੇਂ ਰਹਿੰਦੇ ਦਰਸ਼ਨ ਕਰ ਲੈਣਗੀਆਂ। ਪਾਕ ਮੁਕੱਦਰ ਨੇ, ਕਿਉਂਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਗਏ, ਵਿਰਾਸਤਾਂ ਨੂੰ ਭੁੱਲ ਗਏ, ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ? ਅਸੀਂ ਕੀ ਕਹਾਂਗੇ ਕਿ ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ ਨੀਹਾਂ ਵਿੱਚ ਖੜੇ ਜੇ, ਕਿਉਂਕਿ ਸਾਡੀ ਸਿੱਖਿਆ ਹੀ ਇਦਾਂ ਦੀ ਹੋ ਗਈ ਹੈ। ਬਾਬਾ ਜੋਰਾਵਰ ਫਤਿਹ ਸਿੰਘ ਨੀਹਾਂ ਵਿੱਚ ਖੜੇ ਸੀ। ਆਖਰੀ ਵਾਰ ਜਦੋਂ ਦੀਵਾਰ ਆਈ ਹੈ, ਕੰਧ ਇੱਥੇ ਤੱਕ ਆਈ ਹੈ, ਤਾਂ ਬੇਨਤੀ ਕਰਦੇ ਨੇ ਕਿ ਇੱਕ ਵਾਰੀ ਪਿਤਾ ਜੀ ਨੂੰ ਬੇਨਤੀ ਕਰ ਲਈਏ, ਦਰਸ਼ਨ ਤਾਂ ਹੋ ਜਾਣ। ਇਹੋ ਜਿਹਾ ਸਿੱਖਾਂ ਦਾ ਇਤਿਹਾਸ ਹੈ, ਆਪਾਂ ਨੂੰ ਸਾਂਭਣੀ ਚਾਹੀਦੀ ਹੈ ਵਿਰਾਸਤ। ਸੋ ਸੰਗਤਾਂ ਨੂੰ ਬੇਨਤੀ ਹੈ, 17, 18, 19 ਨੂੰ ਜੋ ਭੱਠਾ ਸਾਹਿਬ ਸ਼ਹੀਦੀ ਜੋੜ ਮੇਲਾ ਹੈ, ਉਸ ਦੇ ਨਾਲ ਪਹਿਲੀ ਵਾਰੀ ਇਹ ਜੋੜ ਮੇਲਾ ਇੱਥੇ ਵੀ ਮਨਾਇਆ ਜਾਏਗਾ। ਸੋ ਸੰਗਤਾਂ ਵੱਧ ਤੇ ਵੱਧ ਹਵੇਲੀ ਦੀ ਹਾਲਤ ਸੁਧਾਰਨ ਲਈ ਬਾਬਾ ਜੀ ਮੇਰੇ ਨਾਲ ਖੜੇ ਨੇ, ਭੁਪਿੰਦਰ ਸਿੰਘ ਜੀ ਖੜੇ ਨੇ, ਵੱਧ ਤੋਂ ਵੱਧ ਇੱਥੇ ਦਰਸ਼ਨ ਕਰਨ ਤੇ ਯੋਗਦਾਨ ਦੇਣ। ਇਹ ਹਵੇਲੀ ਦਾ ਉਹ ਮੇਨ ਗੇਟ ਹੈ। ਜਦੋਂ ਸਿੱਖ ਸੰਗਤਾਂ ਨੇ ਇਸ ਇਤਿਹਾਸ ਸਥਾਨ ਦਾ ਕਬਜ਼ਾ ਛੁਡਾਇਆ ਸੀ ਤਾਂ ਇਸ ਗੇਟ ਦੇ ਜਿੰਦਰੇ ਤੋੜੇ ਗਏ ਸਨ। ਮੈਂ ਪਹੁੰਚਿਆ, ਇਹ ਪੁਰਾਤਨ ਇੱਟਾਂ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਦੀ ਸੰਗਤਾਂ ਨੂੰ ਬਹੁਤ ਲੋੜ ਹੈ। ਇਸ ਵਕਤ ਇਸ ਸਥਾਨ ਦੀ ਜੋ ਹੈ ਸੇਵਾ ਨੇ ਬੁੱਢਾ ਦਲ ਵੱਲੋਂ ਕੀਤੀ ਜਾ ਰਹੀ ਹੈ। ਬਾਬਾ ਬਲਵੀਰ ਸਿੰਘ ਜੀ ਤੇ ਉਹਨਾਂ ਦੇ ਗੁਰਸਿੱਖ ਨੇ ਜੋ ਨਿਹੰਗ ਖਾਂ ਦੀ ਉਹ ਪੁਰਾਤਨ ਹਵੇਲੀ ਜਿਸ ਦਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕਬਜ਼ਾ ਛੁਡਾਇਆ ਗਿਆ ਸੀ। ਮੈਂ ਐਂਟਰ ਹੋ ਚੁੱਕਿਆ ਹਵੇਲੀ ਦੇ ਅੰਦਰ। ਥੋੜਾ ਮੈਂ ਫਿਰ ਜਾਣਕਾਰੀ ਦੇ ਦਿਆਂ ਪ੍ਰਾਈਮੋ ਦੇ ਦੇਖ ਰਹੇ ਦਰਸ਼ਕਾਂ ਨੂੰ ਕਿ ਇਸ ਹਵੇਲੀ ਦੇ ਵਿੱਚ ਜਦੋਂ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਸਨ ਤਾਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ। ਨਿਹੰਗ ਖਾਂ ਦੀ ਹਵੇਲੀ ਹੈ, ਕਿਉਂਕਿ ਨਿਹੰਗ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ। ਉਹਨਾਂ ਦੀ ਬੇਟੀ ਦਾ ਨਾਂ ਮੁਮਤਾਜ ਸੀ। ਅਸੀਂ ਦਰਸ਼ਨ ਕਰਾ ਰਹੇ ਹਾਂ ਨਿਹੰਗ ਖਾਂ ਦੀ ਹਵੇਲੀ ਦੇ, ਜਿੱਥੇ ਪਹਿਲੀ ਵਾਰੀ ਇਸ ਸ਼ਹੀਦੀ ਜੋੜ ਮੇਲਾ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇੱਥੇ ਸ਼ਹੀਦੀ ਜੋੜ ਮੇਲਾ ਸਿੱਖ ਸੰਗਤਾਂ ਤੇ ਬੁੱਢਾ ਦਲ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਉਸੇ ਤਰ੍ਹਾਂ ਦੀਆਂ ਪੁਰਾਤਨ ਇੱਟਾਂ, ਉਸੇ ਤਰ੍ਹਾਂ ਦੇ ਉਹ ਹਵੇਲੀ ਦੀ ਹਾਲਤ ਖਸਤਾ ਹੈ, ਕਿਉਂਕਿ ਧਨਾਡਾਂ ਦੇ ਕਬਜ਼ੇ ਵਿੱਚ ਸੀ। ਬੜੀ ਔਖੀ ਸੰਗਤਾਂ ਨੇ
ਕਿਉਂਕਿ ਗੁਰੂ ਜਿਸ ਤੇ ਬਖਸ਼ਿਸ਼ ਕਰਦਾ ਹੈ ਉਸੇ ਨੂੰ ਮਿਲਦੀ ਹੈ ਸੇਵਾ। ਸਿੱਖ ਸੰਗਤਾਂ ਵੱਲੋਂ ਬੜੀ ਜੱਦੋ-ਜਹਿਦ ਤੋਂ ਬਾਅਦ ਇੱਥੇ ਨਿਸ਼ਾਨ ਸਾਹਿਬ ਝੁਲਾਏ ਗਏ ਸਨ। ਬੜਾ ਵਿਰੋਧ ਹੋਇਆ, ਪਰ ਫਿਰ ਵੀ ਨਿਹੰਗ ਖਾਨ ਦੀ ਹਵੇਲੀ ਤੇ ਝੂਲ ਰਹੇ ਪੰਥ ਮਹਾਰਾਜ ਕੇ ਨਿਸ਼ਾਨ ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ, ਪਰ ਅੱਜ ਸ਼ਹੀਦੀ ਦਿਹਾੜਾ ਮੈਂ ਹੁਣ ਜੋ ਐਂਟਰੀ ਕੀਤੀ ਹੈ, ਇਹ ਨਿਹੰਗ ਖਾਂ ਦੀ ਹਵੇਲੀ ਦਾ ਉਹ ਕਮਰਾ ਹੈ ਜਿਸ ਦੇ ਵਿੱਚ ਬੀਬੀ ਮੁਮਤਾਜ਼ ਅਤੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਸਨ। ਇੱਥੇ ਜਦੋਂ ਮੁਗਲ ਫੌਜਾਂ ਨੇ ਇਸ ਕਮਰੇ ਦੀ ਤਲਾਸ਼ੀ ਲੈਣੀ ਚਾਹੀ ਤਾਂ ਨਿਹੰਗ ਖਾਂ ਨੇ ਆਵਾਜ਼ ਦਿੱਤੀ ਸੀ ਕਿ ਅੰਦਰ ਮੇਰੀ ਬੇਟੀ ਤੇ ਅੰਦਰ ਮੇਰਾ ਦਮਾਦ ਹੈ। ਆਵਾਜ਼ ਦੇਣ ਤੋਂ ਬਾਅਦ ਬੀਬੀ ਮੁਮਤਾਜ਼ ਨੇ ਕਿਹਾ ਸੀ ਕਿ ਅਸੀਂ ਠੀਕ ਠਾਕ ਹਾਂ ਅੱਬਾ ਮੀਆਂ। ਇਸ ਤੋਂ ਬਾਅਦ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ ਸਨ। ਇਹ ਉਸੇ ਕਮਰੇ ਦੀ ਅਸੀਂ ਦਰਸ਼ਨ ਕਰਾ ਰਹੇ ਹਾਂ, ਪ੍ਰਕਾਸ਼ ਕੀਤੇ ਹੋਏ ਨੇ। ਇਹ ਉਸੇ ਤਰ੍ਹਾਂ ਦੀਆਂ ਪੁਰਾਤਨ ਇੱਟਾਂ ਨੇ। ਸੇਵਾ ਸੰਭਾਲ ਦੀ ਬੜੀ ਲੋੜ ਹੈ, ਕਿਉਂਕਿ ਇਸ ਕਮਰੇ ਨੇ ਅਸੀਂ ਤਾਂ ਨਹੀਂ ਦੇਖੇ, ਇਸ ਕਮਰੇ ਨੇ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਦੇਖੀ ਹੈ। ਇਹ ਉਹ ਇੱਟਾਂ ਨੇ ਜਿਨ੍ਹਾਂ ਨੇ ਬੀਬੀ ਮੁਮਤਾਜ਼ ਨੂੰ ਇੱਥੇ ਤਪ ਕਰਦੇ ਦੇਖਿਆ ਹੈ, ਬੈਠੇ ਦੇਖਿਆ ਹੈ। ਇਹ ਉਸੇ ਤਰ੍ਹਾਂ ਦੀਆਂ ਇੱਟਾਂ ਨੇ, ਪੁਰਾਤਨ ਇੱਟਾਂ ਨੇ। ਉਸੇ ਕਮਰੇ ਦੇ ਵਿੱਚ ਸਿੱਖ ਸੰਗਤਾਂ ਨੇ ਬੜੀ ਜੱਦੋ-ਜਹਿਦ ਕੀਤੀ ਹੈ, ਕਿਉਂਕਿ ਧਨਾੜ ਵਿਅਕਤੀਆਂ ਨੇ ਕਬਜ਼ਾ ਨਹੀਂ ਸਨ ਛੱਡਦੇ। ਅਤੇ ਬੁੱਢਾ ਦਲ ਅਤੇ ਹੋਰ ਇਲਾਕੇ ਦੀਆਂ, ਰੋਪੜ ਦੀਆਂ ਸਿੱਖ ਜਥੇਬੰਦੀਆਂ, ਪੰਜਾਬ ਦੀਆਂ, ਇਹਨਾਂ ਨੇ ਫਿਰ ਇੱਕਦਮ ਫੈਸਲਾ ਲਿਆ ਸੀ ਕਿ ਕਿਉਂ ਨਾ ਆਪਾਂ ਇਸ ਕਿਲ੍ਹੇ 'ਤੇ ਕਬਜ਼ਾ ਲੈਣ ਦੇ ਲਈ ਕੁਝ ਕਰੀਏ। ਇਹ ਸਾਹਮਣੇ ਛੱਤਾਂ 'ਤੇ ਜੋ ਬਾਲੇ ਪਏ ਹੋਏ ਨੇ, ਇਹ ਵੀ ਆਜ਼ਾਦੀ ਦੇ ਸਮੇਂ ਦੇ ਨੇ, ਪਰ ਹਾਲਤ ਇਹਨਾਂ ਦੀ ਠੀਕ ਹੈ, ਕਿਉਂਕਿ ਇਸ ਵਾਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸਿੱਖ ਸੰਗਤਾਂ ਨੇ ਇਸ ਹਵੇਲੀ ਦੇ ਦਰਸ਼ਨ ਕਰਨੇ ਨੇ। ਦਰਸ਼ਨਾਂ ਤੋਂ ਬਾਅਦ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਹਿਲੀ ਵਾਰ ਇੱਥੇ ਸ਼ਹੀਦੀ ਜੋੜ ਮੇਲੇ ਭਰਨੇ ਨੇ। ਪਹਿਲੀ ਵਾਰ ਸਿੱਖ ਸੰਗਤਾਂ ਨੇ ਦੇਸ਼ ਵਿਦੇਸ਼ ਦੀਆਂ ਨੇ ਇੱਥੇ ਪ੍ਰਣਾਮ ਕਰਨੇ ਨੇ, ਸਿਜਦੇ ਕਰਦੇ ਨੇ ਬੀਬੀ ਮੁਮਤਾਜ਼ ਨੂੰ ਅਤੇ ਸ਼ਹੀਦ ਭਾਈ ਬਚਿੱਤਰ ਸਿੰਘ ਨੂੰ। ਅਸੀਂ ਅਦਾਰਾ ਪ੍ਰਾਈਮ ਉਹਦੇ ਰਾਹੀਂ ਦਿਖਾ ਰਹੇ ਹਾਂ ਉਸ ਸਥਾਨ ਨੂੰ ਜਿਸ ਸਥਾਨ 'ਤੇ ਭਾਈ ਬਚਿੱਤਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇੱਥੋਂ ਬਾਅਦ ਸ਼ਹੀਦ ਹੋ ਗਏ ਸਨ, ਜ਼ਖਮੀ ਹਾਲਤ ਵਿੱਚ ਲਿਆਂਦੇ ਗਏ ਸਨ ਇਸੇ ਸਥਾਨ ਤੋਂ। ਅਤੇ ਉਸ ਤੋਂ ਬਾਅਦ ਫੈਸਲਾ ਲਿਆ ਸੀ ਬੀਬੀ ਮੁਮਤਾਜ਼ ਨੇ, ਜੋ ਕਿ ਨਿਹੰਗ ਖਾਂ ਦੀ ਬੇਟੀ ਸੀ। ਨਿਹੰਗ ਖਾਂ ਬੜਾ ਪਿਆਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਨੂੰ। ਇਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਸੀ ਕਿ ਮੈਂ ਸਾਰੀ ਉਮਰ ਵਿਆਹ ਨਹੀਂ ਕਰਾਉਣਾ, ਕਿਉਂਕਿ ਮੈਂ ਹੁਣ ਦਿਲ ਤੋਂ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੀ ਹਾਂ। ਇੱਥੋਂ ਫਿਰ ਉਹ ਗੁਰਦੁਆਰਾ ਬੜੀ ਸਾਹਿਬ ਹੈ ਜੋ ਇੱਥੋਂ ਕੋਈ 10 ਕਿਲੋਮੀਟਰ ਦੀ ਦੂਰੀ 'ਤੇ, ਉੱਥੇ ਉਹਨਾਂ ਨੇ ਤਪ ਕੀਤਾ। ਮੈਂ ਫਿਰ ਦਿਖਾ ਦਿਆਂ ਇੱਕ ਵਾਰੀ। ਬਹੁਤ ਨੇੜੇ ਤੋਂ ਅਸੀਂ ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਏ ਨੇ। ਉਸੇ ਤਰ੍ਹਾਂ ਦੀਆਂ ਸਰਹੰਦੀ ਇੱਟਾਂ, ਉਸੇ ਤਰ੍ਹਾਂ ਦਾ ਸਾਰਾ ਸੀਨ ਆਪਾਂ ਦਿਖਾ ਰਹੇ ਹਾਂ, ਕਿਉਂਕਿ ਸ਼ਹੀਦੀ ਦਿਹਾੜੇ ਨੇ। ਸਾਡਾ ਸੰਗਤਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਹੋ ਜਿਹੀਆਂ ਵਿਰਾਸਤਾਂ ਨੂੰ ਸੰਭਾਲ ਕੇ ਰੱਖੀਏ, ਕਿਉਂਕਿ ਜੇਕਰ ਵਿਰਾਸਤਾਂ ਹੀ ਸਾਤੋਂ ਸੰਭਾਲੀਆਂ ਨਾ ਗਈਆਂ ਤਾਂ ਫਿਰ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਕੀ ਸਵਾਲ ਕਰਿਆ ਕਰੇਗੀ, ਅਸੀਂ ਕੀ ਜਵਾਬ ਦਿਆ ਕਰਾਂਗੇ। ਇਹ ਬਾਹਰ ਦੀਆਂ ਤਸਵੀਰਾਂ ਨੇ, ਉਸ ਕਿਲ੍ਹੇ ਦੇ ਬਾਹਰ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਮੈਂ ਪ੍ਰਾਈਮ ਮੋਦੀ ਤੋਂ ਹਰਵਿੰਦਰ, ਰੋਪੜ ਤੋਂ ਕੈਮਰਾ ਪਰਸਨ ਪ੍ਰੀਤ ਜੀ ਦੇ ਨਾਲ ਦੇਖਦੇ ਰਹੋ ਪ੍ਰਾਈਮ ਮੋਦੀ।